ਵਾਰਾਂ ਦੇ ਰਾਹੀਂ ਭਾਈ ਗੁਰਦਾਸ ਜੀ ਨੇ ਦੱਸਣ ਦਾ ਯਤਨ ਕੀਤਾ ਹੈ ਕਿ ਭਗਤ ਭਗਤ ਜਗ ਵੱਜਿਆ, ਚਹੋ ਚੱਕਾਂ ਦੇ ਵਿੱਚ ਚਮਰੇਟਾ। ਚਹੋ ਚੱਕਾਂ ਦੇ ਵਿੱਚ ਜੋ ਚਾਰੇ ਚੱਕ ਹਨ, ਉਹਨਾਂ ਦੇ ਵਿੱਚ ਇਹ ਜੋ ਭਗਤ ਜੀ ਦਾ ਨਾਮ ਭਗਤਾਂ ਦੇ ਵਿੱਚ, ਸ਼੍ਰੋਮਣੀ ਭਗਤਾਂ ਵਿੱਚ ਗਿਣਿਆ ਗਿਆ। ਔਰ ਭਗਤ ਭਗਤ ਕਰਕੇ ਜਿਨ੍ਹਾਂ ਨੂੰ ਪਹਿਲਾਂ ਚਮਾਰ ਕਰਕੇ ਸੂਦਰ ਕਰਕੇ ਜਾਣਿਆ ਜਾਂਦਾ ਸੀ, ਸੋ ਭਗਤਾਂ ਦੇ ਵਿੱਚ ਗਿਣੇ ਗਏ। ਪਾਣਾ ਗੰਢਾ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਟਾ। ਰਸਤੇ ਦੇ ਵਿੱਚ ਜੋੜੇ ਭਾਵ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ ਭਗਤ ਜੀ, ਜੋ ਕਿ ਉਹਨਾਂ ਦਾ ਕੁਲ ਦਾ ਧਰਮ ਸੀ। ਜੱਦੀ ਪੁਸ਼ਤੀ ਜੋ ਉਹਨਾਂ ਦਾ ਕਾਰਜ ਸੀ ਕਿ ਉਹ ਰਾਹੀਆਂ ਦੇ ਜੋੜੇ ਬਣਾਉਂਦੇ ਔਰ ਜੋੜੇ ਗੰਢਦੇ ਸਨ। ਜਿਉਂ ਕਰ ਮੈਲਾ ਚੀਥੜਾ, ਹੀਰਾ ਲਾਲ ਅਮੋਲ ਪਲੇਟਾ। ਜਿਵੇਂ ਹੀਰਾ ਲਾਲ ਹੁੰਦਾ ਹੈ ਜਾਂ ਹੀਰਾ ਹੈ, ਉਹ ਭਾਵੇਂ ਬਸਤਰ ਗੰਦੇ ਦੇ ਵਿੱਚ ਵੀ ਲਪੇਟਿਆ ਹੋਵੇ ਤਾਂ ਉਹ ਹੀਰਾ ਹੀ ਹੁੰਦਾ ਹੈ। ਚੌ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਕਰ ਭਗਤ ਸਹੇਟਾ। ਭਗਤ ਜੀ ਨੇ ਜਿੱਥੇ ਕਿ ਇਹਨਾਂ ਦੀ ਜਾਤੀ ਨੂੰ ਨਿੰਦਿਆ ਜਾਂਦਾ ਹੈ, ਪਰਾਂ ਪਰਾਂ ਕਰਕੇ ਦੁਰਕਾਰਿਆ ਜਾਂਦਾ ਹੈ, ਐਸਾ ਸਮਾਂ ਆਇਆ ਕਿ ਭਗਤ ਜੀ ਨੇ ਚੌ ਵਰਨਾਂ ਨੂੰ ਉਪਦੇਸ਼ ਦਿੱਤਾ ਔਰ ਚੌ ਵਰਨਾਂ ਨੇ ਭਗਤ ਜੀ ਦਾ ਉਪਦੇਸ਼ ਕਮਾਇਆ। ਨਹਾਵਣ ਆਇਆ ਸੰਗ ਮਿਲ, ਬਾਨਾਰਸ ਕਰ ਗੰਗਾ ਥੇਟਾ। ਗੰਗਾ ਦੇ ਤਟ ਦੇ ਉੱਤੇ ਭਗਤ ਜੀ ਇਸ਼ਨਾਨ ਕਰਨ ਵਾਸਤੇ ਆਏ ਔਰ ਕੱਢ ਕਸੀਰਾ ਸੌਂਪਿਆ, ਰਵਿਦਾਸੈ ਗੰਗਾ ਦੀ ਭੇਟਾ। ਇਹ ਜੋ ਧੇਲਾ ਕਸੀਰਾ ਕਹਿੰਦੇ ਹਨ, ਧੇਲੇ ਨੂੰ ਗੰਗਾ ਦੀ ਭੇਟਾ ਚੜਾ ਕੇ ਔਰ ਗੰਗਾ ਨੂੰ ਨਮਸਕਾਰ ਕੀਤੀ, ਇਸ਼ਨਾਨ ਕੀਤਾ। ਲੱਗਾ ਪੁਰਬ ਅਬੀਜ ਦਾ, ਡਿੱਠਾ ਚਲ ਅਚਰਜ ਅਮੇਟਾ। ਇਹ ਜੋ ਜੋੜ ਮੇਲਾ ਭਗਤ ਜੀ ਦੇ ਆਉਣ 'ਤੇ ਲੱਗਿਆ, ਇਹ ਸਾਰਿਆਂ ਨੇ ਆਪਣੀ ਅੱਖੀ ਵੇਖਿਆ। ਭਗਤ ਜਨਾ ਹਰ ਮਾਂ ਪਿਓ ਬੇਟਾ। ਜੋ ਭਗਤ ਜਨ ਹਨ, ਇਹ ਪਰਮੇਸ਼ਰ ਦਾ ਜੋ ਇਹਨਾਂ ਦਾ ਸੰਬੰਧ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਮਾਤਾ ਦਾ ਪਿਤਾ ਦਾ ਬੇਟੇ ਦੇ ਨਾਲ ਹੁੰਦਾ ਹੈ। ਔਰ ਉਹਨਾਂ ਨੇ ਸੱਚੇ ਸਪੂਤ ਬਣ ਕੇ ਪਰਮੇਸ਼ਰ ਦੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, ਚੌ ਵਰਨਾ ਕੋ ਸਾਂਝਾ। ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਜਿਨ੍ਹਾਂ ਨੂੰ ਚਮਾਰ ਕਿਹਾ ਜਾਂਦਾ ਸੀ, ਉਹਨਾਂ ਦੀ ਉਸਤਤ ਜਿਹੜੀ ਹੈ ਚਾਰੇ ਵਰਨਾਂ ਵਿੱਚ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜ਼ਿਕਰ ਕਰ ਰਹੇ ਸੀਗੇ, ਇਸ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਉਹ ਜਿਹੜਾ ਸਿੱਕਾ ਸੀਗਾ, ਇੱਕ ਕਥਾ ਜਿਹੜੀ ਹੈਗੀ ਆਉਂਦੀ ਹੈਗੀ ਹੈ ਇਤਿਹਾਸ ਦੇ ਵਿੱਚ ਕਿ ਕੁਝ ਜਿਹੜੇ ਪੰਡਤ ਸੀਗੇ ਉਹ ਜਦੋਂ ਨਹਾਉਣ ਜਾ ਰਹੇ ਸੀਗੇ ਗੰਗਾ ਜੀ ਦੇ ਵਿੱਚ, ਤਾਂ ਭਗਤ ਰਵਿਦਾਸ ਜੀ ਨੇ ਵੀ ਕਿਹਾ ਕਿ ਤੁਸੀਂ ਮੇਰਾ ਵੀ ਇੱਕ ਧੇਲਾ ਲੈ ਜਾਓ, ਮੇਰਾ ਵੀ ਸਿੱਕਾ ਲੈ ਜਾਓ। ਤਾਂ ਹੱਸਣ ਲੱਗ ਗਈ ਸੀ, ਮਖੌਲ ਕਰਨ ਲੱਗ ਗਈ ਸੀ ਕਿ ਤੁਹਾਡਾ ਸਿੱਕਾ ਕੀ। ਉਹ ਕਹਿੰਦੇ ਵੀ ਪਰ ਉਦੋਂ ਦੇਣਾ ਹੈ ਜਦੋਂ ਗੰਗਾ ਜੀ ਆਪ ਹੱਥ ਕਰਨ, ਤੇ ਕਹਿੰਦੇ ਆ ਕਿ ਪ੍ਰਗਟ ਹੋਣਾ ਪੈ ਗਿਆ ਸੀਗਾ। ਹਾਲਾਂਕਿ ਉਹਨਾਂ ਨੇ ਮਜ਼ਾਕ ਲੱਗਿਆ ਸੀਗਾ, ਜਿਹੜੇ ਪੰਡਤ ਸੀਗੇ ਉਸ ਵੇਲੇ ਦੇ ਵਿਪਰ ਸੀਗੇ ਕਿ ਲੈ ਧੇਲਾ ਲੈਣ ਵੀ, ਕਹਿੰਦੇ ਸਾਡੇ ਤਾਂ ਸੋਨੇ ਦੀਆਂ ਮੋਹਰਾਂ ਲੈਣ ਨਹੀਂ ਕੋਈ ਅੱਜ ਤੱਕ ਪ੍ਰਗਟ ਹੋਇਆ, ਤੇਰਾ ਧੇਲਾ ਲੈਣ ਪ੍ਰਗਟ ਹੋਵੇਗਾ। ਪਰ ਪਰਮਾਤਮਾ ਕਹਿੰਦੇ ਭਗਤ ਜਨਾਂ ਦੇ ਲਈ ਉਹ ਪਰਮਾਤਮਾ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ ਤੇ ਆਪਣਾ ਮਾਂ ਪਿਓ ਬੇਟਾ ਕਹਿੰਦੇ ਬਣਾ ਕੇ ਰੱਖਦਾ ਹੈਗਾ। ਚੌ ਵਰਨਾਂ ਦੇ ਵਿੱਚ ਕਹਿੰਦੇ ਚੌ ਚੱਕਾਂ ਦੇ ਵਿੱਚ ਵੱਜਿਆ ਕਿ ਭਗਤ ਕਿਆ ਭਗਤ ਭਗਤ ਜਗ ਚਮਰੇਟਾ। ਚੌ ਵਰਨਾਂ ਵਿੱਚ ਉਹਨਾਂ ਦਾ ਪ੍ਰਚਾਰ ਹੋਇਆ। ਭਗਤ ਭਗਤ ਜਗ ਵੱਜਿਆ। ਭਗਤ ਭਗਤ ਜੀ ਕਰਕੇ ਉਹਨਾਂ ਨੂੰ ਜਾਣਿਆ ਗਿਆ ਔਰ ਸ਼੍ਰੋਮਣੀ ਭਗਤ ਕਰਕੇ ਜਾਣਿਆ ਗਿਆ। ਬੜੇ ਪ੍ਰੇਮ ਦੇ ਨਾਲ ਬਾਣੀ ਸਰਵਣ ਕਰਵਾ ਰਹੇ ਸੀਗੇ ਬੁੱਢਾ ਦਲਦੇ ਸਿੰਘ ਨੇ, ਰਾਗਾ ਸਿੰਘ ਨੇ, ਦਮਾਲੇ ਵਾਲੇ, ਔਰ ਅਕਸਰ ਕੀਰਤਨ ਵੀ ਬੜਾ ਸੋਹਣਾ ਕਰਦੇ ਨੇ। ਪਰਮਾਤਮਾ ਦੀ ਬੜੀ ਕਿਰਪਾ ਹੈਗੀ ਇਹਨਾਂ 'ਤੇ। ਸੋ ਇਸੇ ਤਰੀਕੇ ਦੇ ਨਾਲ ਕਿਰਪਾ ਬਣੀ ਰਹੇ ਜੀ। ਔਰ ਰਾਜਪੁਰੇ ਤੋਂ ਵੀ ਭਾਈ ਗੁਰਪ੍ਰੀਤ ਸਿੰਘ ਜੀ ਵੀ ਸਵੇਰ ਤੋਂ ਲੱਗੇ ਹੋਏ ਨੇ ਔਰ ਬੜੀ ਰਸਪਿੰਨੀ ਇਹਨਾਂ ਦੀ ਰਸਨਾ ਹੈਗੀ ਹੈ ਪਰਮਾਤਮਾ ਦੀ, ਇਹਨਾਂ 'ਤੇ ਵੀ ਬੜੀ ਕਿਰਪਾ ਹੈਗੀ ਹੈ ਜੀ। ਮੈਂ ਚਾਹੁੰਦਾ ਕਿ ਤੁਸੀਂ ਵੀ ਥੋੜ੍ਹਾ ਜਿਹਾ ਆਪਾਂ ਤੁਹਾਡੇ ਨਾਲ ਵੀ ਗੱਲ ਕਰੀਏ। ਰਸਨਾ ਦੇ ਉੱਤੇ ਤੁਹਾਡੀ ਪਰਮਾਤਮਾ ਦੀ ਬੜੀ ਕਿਰਪਾ ਹੈਗੀ ਹੈ। ਕਿੱਦਾਂ ਦਾ ਮਾਹੌਲ ਵੇਖ ਰਹੇ ਹੋ, ਕੀ ਜਜ਼ਬਾਤ ਨੇ ਅੱਜ? ਖਾਸ ਤੌਰ 'ਤੇ ਜੇ ਮੈਂ ਗੱਲ ਕਰਾਂ ਭਗਤ ਰਵਿਦਾਸ ਜੀ ਦੇ, ਜੋ ਤੁਸੀਂ ਕੀਰਤਨ ਕਰ ਰਹੇ ਸੀ, ਬੜਾ ਮਿੱਠਾ ਕੀਰਤਨ ਹੈਗਾ। ਬਾਣੀ ਉਹਨਾਂ ਦੀ ਬੜੀ ਮਹਾਬੋਲ ਨੇ, ਕ੍ਰਾਂਤੀਕਾਰੀ ਬਾਣੀ ਹੈ ਬੜੀ ਉਹਨਾਂ ਦੀ। ਪਰ ਲੱਗਦਾ ਕਿ ਅਸੀਂ ਖਾਸ ਤੌਰ 'ਤੇ ਜੇ ਮੈਂ ਨੌਜਵਾਨ ਪੀੜ੍ਹੀ ਦੀ ਗੱਲ ਕਰਾਂ ਕਿ ਅਸੀਂ ਬਾਣੀ ਤੋਂ ਥੋੜ੍ਹਾ ਜਿਹਾ ਦੂਰ ਹੁੰਦੇ ਜਾ ਰਹੇ। ਇੰਨੀ ਮਿੱਠੀ ਬਾਣੀ ਹੈ, ਇੰਨਾ ਜੇ ਮੈਂ ਸਾਹਿਤਕ ਤੌਰ 'ਤੇ ਵੀ ਵੇਖਾਂ ਤਾਂ ਇੰਨੀ ਪਿਆਰੀ ਬਾਣੀ ਹੈ। ਜਦੋਂ ਪੜ੍ਹਦੇ ਹਾਂ ਤਾਂ ਆਨੰਦ ਬਣਦਾ ਆਪਣੇ ਆਪ ਦੇ ਵਿੱਚ। ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਸ ਤਰ੍ਹਾਂ ਹੈ ਕਿ ਸਿੱਖ ਦੇ ਜੀਵਨ ਦੇ ਵਿੱਚ ਜਦੋਂ ਬਾਣੀ ਵਿਸਰ ਗਈ ਨਾ, ਤੇ ਉਹਦਾ ਇਕੱਲਾ ਜਿਹੜਾ ਜੀਵਨ ਹੈ ਉਹ ਸਫਲ ਨਹੀਂ ਹੋ ਸਕਦਾ। ਜਦੋਂ ਤੱਕ ਸਾਡੇ ਜੀਵਨ ਦੇ ਵਿੱਚ ਬਾਣੀ ਹੈ, ਉਦੋਂ ਤੱਕ ਸਾਡੇ ਜੀਵਨ ਦਾ ਆਧਾਰ ਮਾਲਕ ਬਣੇਗਾ ਤੇ ਜੀਵਨ ਜਿਹੜਾ ਸਹਿਜੇ ਹੀ ਇਹ ਜਿਹੜਾ ਕਲਯੁਗ ਦਾ ਪਹਿਰਾ ਹੈ ਇਹਦੇ ਵਿੱਚੋਂ ਸਫਲ ਹੋ ਜਾਵੇਗਾ।
ਅੱਜ ਦਾ ਜਿਹੜਾ ਮਾਹੌਲ ਹੈ, ਅੱਜ ਆਪਾਂ ਸਿੰਘੂ ਬਾਰਡਰ ਤੇ ਕਿਸਾਨ ਵੀਰਾਂ ਦੇ ਨਾਲ ਆਪਾਂ ਜੁੜ ਬੈਠੇ ਆ। ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਅੱਜ ਆਗਮਨ ਪੁਰਬ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਬਣਾ ਰਹੇ ਆ। ਵੇਖੋ ਤੁਸੀਂ ਵੇਖਿਆ ਕਿੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਹੈ, ਨੌਜਵਾਨ ਵੀਰਾਂ ਦੇ ਵਿੱਚ ਹੈ। ਸੋ ਮੈਂ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਸ਼ਬਦ ਗਾਇਨ ਮਾਲਕ ਜੀ ਆਪ ਕਿਰਪਾ ਕਰਦੇ ਨੇ, ਸੇਵਾ ਲੈਂਦੇ ਨੇ। ਇਹ ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਇਹ ਗਿਆਨ ਦਿੰਦੀ ਹੈ, ਇਹ ਜਿਉਣ ਦੀ ਜਿਹੜੀ ਜਾਚ ਸਿਖਾਉਂਦੀ ਹੈ। ਜੇ ਆਪਾਂ ਇਹਨੂੰ ਕਿਤੇ ਸਮਝੀਏ, ਜਿਵੇਂ ਕੀਰਤਨ ਕਰਦਿਆਂ ਹੀ ਆਪਾਂ ਨੂੰ ਵਿਖਿਆਨ ਕਰਨ ਦੀ ਲੋੜ ਨਹੀਂ, ਜੇ ਉਸ ਬਾਣੀ ਨੂੰ ਪਿਆਰ ਨਾਲ ਗਾਇਨ ਕਰੀਏ, ਗੁਰਬਾਣੀ ਆਪ ਹੀ ਵਿਆਖਿਆ ਕਰ ਦਿੰਦੀ ਹੈ। ਬਿਲਕੁਲ ਇਹ ਸੱਚੀ ਗੱਲ ਹੈ। ਕੁਝ ਲੋਕ ਇਹ ਕਹਿ ਦਿੰਦੇ ਆ ਕਿ ਬਾਣੀ ਸਮਝ ਆਣੀ ਚਾਹੀਦੀ ਹੈ, ਪਰ ਬਾਣੀ ਜੇ ਸਮਝ ਵੀ ਨਾ ਆਵੇ, ਇਹ ਜਜ਼ਬਾਤਾਂ ਦੀ ਗੱਲ ਹੈਗੀ ਹੈ। ਭਾਵੇਂ ਬੋਲ ਤੁਹਾਨੂੰ ਸਮਝ ਨਾ ਆਉਣ, ਪਰ ਜਿਹੜੇ ਜਜ਼ਬਾਤ ਨਿਕਲਦੇ ਨੇ ਉਹ ਬਾਣੀ ਆਪਣੇ ਆਪ ਦੇ ਵਿੱਚ ਮੁਕੰਮਲ ਹੈ। ਜੇਕਰ ਇਹ ਹੋਵੇ ਕਿ ਬਾਣੀ ਨੂੰ ਸਮਝ ਕੇ ਫਿਰ ਹੀ ਅਸਰ ਹੋਣਾ, ਫਿਰ ਤਾਂ ਇਹਦੇ ਵਿੱਚ ਕੋਈ ਘਾਟ ਹੋਗੀ, ਪਰ ਇਹ ਮੁਕੰਮਲ ਹੈ ਆਪਣੇ ਆਪ ਦੇ ਵਿੱਚ। ਇਹਦੇ ਵਿੱਚ ਕੋਈ ਘਾਟ ਨਹੀਂ ਹੈਗੀ। ਸਰਬ ਕਲਾ ਸਮਰੱਥ ਹੈ ਪਰਮਾਤਮਾ। ਔਰ ਕਿਹਾ ਵੀ ਜਾਂਦਾ ਕਿ ਪੜਿਆ ਅਨਪੜਿਆ ਪਰਮ ਗਤ ਪਾਵੇ। ਬਿਲਕੁਲ ਗੁਰਬਾਣੀ ਤੇ ਮਹਾਰਾਜ ਜੀ ਇਹ ਵਡਮੁੱਲਾ ਖਜ਼ਾਨਾ ਹੈ। ਜੇ ਕਿਤੇ ਆਪਾਂ ਮਾਲਕ ਦੀ ਬਾਣੀ ਨਾਲ ਜੁੜੇ ਰਹੀਏ ਤਾਂ ਹੀ ਜੀਵਨ ਦਾ ਆਨੰਦ ਹੈ। ਆਪਾਂ ਸੰਸਾਰਕ ਚੀਜ਼ਾਂ ਨੂੰ ਭੋਗਦੇ ਹਾਂ, ਮਾਲਕ ਦੀਆਂ ਦਿੱਤੀਆਂ ਦਾਤਾਂ ਨੂੰ ਭੋਗਦੇ ਹਾਂ, ਕਦੇ ਦਾਤਾਰ ਦੀ ਨਿਗ ਵੀ ਮਾਣੀਏ, ਤਾਂ ਹੀ ਜੀਵਨ ਜਿਹੜਾ ਹੈ ਉਹ ਆਨੰਦਮਈ ਹੋਵੇਗਾ। ਆਨੰਦ ਜਿਹੜਾ ਆਪਾਂ ਨੂੰ ਕੁਝ ਚੀਜ਼ਾਂ ਤੋਂ ਮਿਲਦਾ ਹੈ, ਇਹ ਕੁਝ ਸਮੇਂ ਲਈ ਹੈ, ਪਰ ਜਿਹੜੀ ਮਾਲਕ ਦੀ ਬਾਣੀ ਦਾ ਆਨੰਦ ਹੈ ਨਾ, ਉਹ ਸਦਾ ਲਈ ਹੈ। ਔਰ ਜਿਹੜਾ ਮਿਲਦਾ ਵੀ ਹੈਗਾ, ਉਹ ਸ਼ਾਇਦ ਆਨੰਦ ਹੁੰਦਾ ਹੀ ਨਹੀਂ ਹੈਗਾ, ਹਨਾ। ਉਸ ਸੁੱਖ ਹੋ ਸਕਦਾ ਸੀ ਜਿਹੜਾ ਦੁਨਿਆਵੀ ਲੈਂਦੇ ਆ, ਉਹ ਸੁੱਖ ਹੋ ਸਕਦਾ, ਪਰ ਆਨੰਦ ਦੇ ਵਿਪਰੀਤ ਤਾਂ ਕੋਈ ਕਹਿੰਦੇ ਸ਼ਬਦ ਹੀ ਨਹੀਂ ਹੈਗਾ। ਬਿਲਕੁਲ ਇਹ ਸੁੱਖ ਤੇ ਕੁਝ ਸਮੇਂ ਲਈ ਹੈ ਜੀ। ਵੇਖੋ ਤਾਂ ਹੀ ਤੇ ਇਨਸਾਨ ਦੁਖੀ ਹੁੰਦਾ ਜਦੋਂ ਇਹਨਾਂ ਚੀਜ਼ਾਂ 'ਚ ਫਸਿਆ। ਜੋ ਇਨਸਾਨ ਜਿਹੜਾ ਇਹਨਾਂ ਚੀਜ਼ਾਂ ਨੂੰ ਭੋਗਦਾ ਹੋਇਆ ਮਾਲਕ ਦਾ ਸ਼ੁਕਰਾਨਾ ਕਰੇ, ਹਰ ਵੇਲੇ ਮਾਲਕ ਦੇ ਗੁਣਗਾਨ ਗਾਇਨ ਕਰੇ, ਤੇ ਉਹਦਾ ਆਨੰਦ ਕੁਝ ਵੱਖਰਾ ਹੈ ਜੀ, ਹੈਨਾ। ਫਿਰ ਮਾਲਕ ਦੀਆਂ ਦਾਤਾਂ ਦਾ ਵੀ ਰਸ ਆਵੇਗਾ ਤੇ ਮਾਲਕ ਦਾ ਵੀ ਆਨੰਦ ਆਵੇਗਾ। ਤੇ ਕਿਨਵੇਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਸੋ ਗੁਰਬਾਣੀ ਇੱਕ ਇੱਕ ਜ਼ਿੰਦਗੀ ਦੇ ਪਹਿਲੂ ਦੇ ਉੱਤੇ ਗੁਰਬਾਣੀ ਦੇ ਵਿੱਚ ਸਾਨੂੰ ਕੁਝ ਨਾ ਕੁਝ ਮਿਲ ਜਾਂਦਾ ਹੈਗਾ। ਔਰ ਹੁਣੇ ਤੁਸੀਂ ਕੁਝ ਚਿਰ ਪਹਿਲਾਂ ਸ਼ਬਦ ਪੜ੍ਹ ਰਹੇ ਸੀਗੇ ਕਿ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਹੈ। ਕਿਆ ਬਾਤ ਹੈ। ਜਦੋਂ ਅਸੀਂ ਇਸ ਤਰੀਕੇ ਨਾਲ ਬਾਣੀ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਵੀ ਇੰਨਾ ਪਸਾਰਾ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਇੰਨੀਆਂ ਘਟਨਾਵਾਂ ਚੱਲ ਰਹੀਆਂ ਨੇ, ਰਾਜਨੀਤੀ ਹੋ ਰਹੀ ਹੈ ਛੋਟੀ ਛੋਟੀ ਗੱਲਾਂ ਦੇ ਉੱਤੇ, ਪਰ ਅਸੀਂ ਜਦੋਂ ਬਾਣੀ ਨੂੰ ਸੁਣਦੇ ਹਾਂ ਇੱਕਦਮ ਬਿਲਕੁਲ ਇਦਾਂ ਲੱਗਦਾ ਵੀ ਬਿਲਕੁਲ ਅਸੀਂ ਲੰਮੇ ਪੈ ਗਏ ਹਾਂ, ਵੀ ਕੁਝ ਹੈ ਹੀ ਨਹੀਂ, ਹੈ ਨਾ। ਦੁਨੀਆ ਦੇ ਵਿੱਚ ਅਸੀਂ ਕਿਹੜੇ ਕੰਮਾਂ ਦੇ ਵਿੱਚ ਪਏ ਹੋਏ ਹਾਂ, ਨਾਲ ਕੁਝ ਨਹੀਂ ਲੈ ਕੇ ਆਏ, ਨਾਲ ਕੁਝ ਨਹੀਂ ਲੈ ਕੇ ਜਾਣਾ, ਫਿਰ ਵੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਇੰਨਾ ਬੰਦੇ ਦੀ ਪਕੜ ਜਿਹੜੀ ਆ ਬੰਨੀ ਹੋਈ ਹੁੰਦੀ ਆ। ਔਰ ਇੱਕ ਗੁਰਬਾਣੀ ਦਾ ਬੋਲ ਵੀ ਮੈਨੂੰ ਚੇਤੇ ਆ ਰਿਹਾ, ਸ਼ਾਇਦ ਮੈਨੂੰ ਪ੍ਰੋਪਰ ਬਾਣੀ ਦੇ ਚੇਤੇ ਨਾ, ਪਰ ਉਹਦੇ ਵਿੱਚ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਕਿ ਜਿੰਨਾ ਅਸੀਂ ਇਹਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ ਉਹ ਹੱਥ ਨਹੀਂ ਆਉਂਦੀ, ਤੇ ਜਦੋਂ ਤਿਆਗਤੀ ਕਹਿੰਦੇ ਤਾਂ ਪਿੱਛੇ ਪਿੱਛੇ ਲੱਗ ਜਾਂਦੀ ਆ ਇਹ। ਬਿਲਕੁਲ ਜੀ, ਇਹ ਸਭ ਮਾਇਆ ਦੀ ਖੇਡ ਹੈ ਜੀ, ਇਹ ਮਾਇਆ ਦੇ ਰੰਗ ਨੇ ਜੀ, ਹੈ ਨਾ। ਤੇ ਪਰ ਇਹਦੇ ਵਿੱਚ ਮਾਲਕ ਜੀ ਜਗਾਉਂਦੇ ਨੇ ਇਨਸਾਨ ਨੂੰ ਲੋੜ ਹੈ ਸਮਝਣ ਦੀ। ਮਹਾਰਾਜ ਜੀ ਦੀ ਬਾਣੀ ਜਦੋਂ ਆਪਾਂ ਪੜ੍ਹੀਏ ਨਾ, ਕੋਈ ਜੀਵਨ ਦਾ ਪਹਿਲੂ ਐਸਾ ਨਹੀਂ ਹੋਵੇਗਾ ਜਿੱਥੇ ਮਹਾਰਾਜ ਨੇ ਨਹੀਂ ਸਮਝਾਇਆ। ਇਨਸਾਨ ਦੀ ਜਿਹੜੀ ਬਿਰਤੀ ਹੈ, ਭਾਵੇਂ ਉਹ ਬਚਪਨ ਦੇ ਵਿੱਚ ਹੈ, ਭਾਵੇਂ ਜਵਾਨੀ 'ਚ ਹੈ, ਭਾਵੇਂ ਬੁਢੇਪੇ 'ਚ ਹੈ, ਹਰ ਇੱਕ ਸਮੇਂ ਤੇ ਮਾਲਕ ਨੇ ਉਹਨੂੰ ਸੋਝੀ ਦਿੱਤੀ ਹੈ ਕਿ ਤੂੰ ਆਹ ਜਿਹੜਾ ਜੀਵਨ ਹੈ ਕਿਵੇਂ ਜਿਉਣਾ ਹੈ, ਆਹ ਜੀਵਨ ਕਿਉਂ ਜਿਉਣਾ ਹੈ, ਤੇ ਆਹ ਜੀਵਨ ਕਿਵੇਂ ਜਿਉਣਾ ਹੈ। ਹੁਣ ਆਪਾਂ ਜੇ ਸ਼ਹਾਦਤਾਂ ਵੱਲ ਨਜ਼ਰ ਮਾਰੀਏ, ਛੋਟੇ ਸਾਹਿਬਜ਼ਾਦੇ ਸਭ ਤੋਂ ਛੋਟੀ ਅਵਸਥਾ ਵਿੱਚ ਹੋਏ, ਉਹਨਾਂ ਨੇ ਵੱਡੇ ਬਾਬਿਆਂ ਵਾਲੀ ਜਿਹੜੀ ਕਰਾਮਾਤ ਕਰ ਵਿਖਾਈ ਕਿ ਇਸ ਤਰ੍ਹਾਂ ਵੀ ਜੀਵਨ ਨੂੰ ਜਿਉਂ ਜੇ ਸਕਦਾ। ਇਹ ਨਹੀਂ ਕਿ ਉਹ ਬਚਪਨ ਦੇ ਵਿੱਚ ਨੇ ਜਾਂ ਅਵਸਥਾ ਛੋਟੀ ਹੈ, ਪਰ ਅੰਦਰਲੀ ਬਿਰਤੀ ਵੱਡੀ ਹੋਣੀ ਚਾਹੀਦੀ, ਅੰਦਰਲੀ ਸੋਚ ਵੱਡੀ ਹੋਣੀ ਚਾਹੀਦੀ। ਤੇ ਉਹ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕਿ ਇਹ ਨਹੀਂ ਕਿ ਕਿਸੇ ਨੇ ਸਿਖਾਇਆ ਉਹ ਚੀਜ਼ਾਂ ਹੋ ਗਈ ਸੀਗੀਆਂ, ਖੁਸ਼ੀ ਦੇ ਵਿੱਚ ਦਿੱਤੀ, ਆਪਣੀ ਮੌਜ ਦੇ ਵਿੱਚ ਦਿੱਤੀ ਹੈ। ਬਿਲਕੁਲ ਜੀ। ਹੁਣ ਕਈ ਵਾਰੀ ਆਪਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਹਾਂ, ਜਿਹੜੇ ਕਿਸੇ ਨੇ ਕਹਿਣਾ ਹੋਵੇ ਕਹਿਣਗੇ ਜੀ ਉਹ ਤੇ ਗੁਰੂ ਕੇ ਪੁੱਤਰ ਸੀ ਜੀ, ਉਹ ਤਾਂ ਇੰਨੀਆਂ ਕੁਰਬਾਨੀਆਂ, ਪਰ ਨਹੀਂ ਗੁਰਮੁਖ ਪਿਆਰਿਓ, ਇਹ ਗੱਲ ਦੇ ਵਿੱਚ ਵਖਰੇਵਾ ਨਹੀਂ ਕਿ ਉਹ ਗੁਰੂ ਕੇ ਪੁੱਤਰ ਨੇ, ਪਰ ਉਹਦੇ ਨਾਲ ਉਹ ਗੁਰੂ ਕੇ ਸਿੱਖ ਵੀ ਸੀ। ਉਹਨਾਂ ਨੇ ਮਾਲਕ ਤੋਂ ਉਹ ਸਿੱਖਿਆਵਾਂ ਲਈਆਂ, ਗ੍ਰਹਿਣ ਕੀਤੀਆਂ, ਤੇ ਸਾਨੂੰ ਸਿਖਾਉਣ ਵਾਸਤੇ ਤਾਂ ਐਡਾ ਜਾਮੇ ਧਾਰਨੇ ਪਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। 10 ਜਾਮੇ ਦੇ ਅਸੀਂ ਇਹੀ ਕਹਿ ਦਾਂਗੇ ਵੀ ਠੀਕ ਹੈ, ਉਹ ਗੁਰੂ ਅਲਾਹੀ ਜੋਤ ਸੀਗੇ, ਉਹ 'ਚ ਤਾਂ ਕੋਈ ਅਸੀਂ ਸ਼ੰਕਾ ਵਾਲੀ ਗੱਲ ਹੀ ਨਹੀਂ, ਪਰ ਆਉਣ ਦਾ ਫਿਰ ਮਕਸਦ ਹੀ ਨਹੀਂ ਕੀ ਰਹਿ ਗਿਆ ਜੇ ਸਾਨੂੰ ਅਸੀਂ ਸਿੱਖਿਆ ਹੀ ਨਾ। ਫਿਰ ਜੇ ਅਸੀਂ ਇਹੀ ਕਹਿਤਾ ਵੀ ਇਹ ਤਾਂ ਅਲਾਹੀ ਜੋਤ ਸੀਗੀ ਕਿ ਸ਼ਹੀਦੀਆਂ ਤਾਂ ਉਹੀ ਕਰ ਸਕਦੇ ਨੇ। ਹੁਣ ਦੇਖੋ ਤੁਸੀਂ ਹਰਦੀਪ ਸਿੰਘ ਡਿਬਡਵਾ ਵੀ ਪਹੁੰਚੇ ਹੋਏ ਨੇ, ਨਵਰੀਤ ਦੇ ਦਾਦਾ ਜੀ ਪਹੁੰਚੇ ਹੋਏ ਨੇ, ਸ਼ਹੀਦ ਨਵਰੀਤ ਦੇ। ਸੋ ਕਿੱਡਾ ਵੱਡਾ ਜਿਗਰਾ ਹੈਗਾ। ਉਹ ਕਹਿੰਦੇ ਅਸੀਂ ਜਦੋਂ ਆਪਣੇ ਇਤਿਹਾਸ ਨੂੰ ਚੇਤੇ ਕਰਦੇ ਹਾਂ ਫਿਰ ਸਾਨੂੰ ਖੜਨ ਦੀ ਜਾਂਚ ਮਿਲ ਜਾਂਦੀ ਹੈ, ਕਹਿੰਦੇ ਸ਼ਕਤੀ ਦੁਬਾਰਾ ਮਿਲ ਜਾਂਦੀ ਹੈ ਵੀ ਸਾਡਾ ਤਾਂ ਇਤਿਹਾਸ ਹੀ ਭਰਿਆ ਪਿਆ ਸ਼ਹੀਦੀਆਂ ਨਾਲ। ਇਹ ਸਿੱਖ ਦਾ ਨਾਂ ਹੀ ਮਰਨਾ ਹੈ। ਜਦੋਂ ਆਪਣੇ ਆਪ ਨੂੰ ਖਤਮ ਕਰੇਗਾ ਤਾਂ ਹੀ ਸਿੱਖ ਬਣੇਗਾ। ਪਹਿਲਾ ਮਰਨ ਕਬੂਲ ਜੀਵਨ ਕੀ ਇੱਛਾ ਦਾਸ ਹੋ ਸਵਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਪਹਿਲਾਂ ਮਰਨਾ ਪਏਗਾ। ਮਰਨਾ ਇਹ ਨਹੀਂ ਕਿ ਆਪਾਂ ਸਰੀਰਕ ਤੌਰ 'ਤੇ ਮਰਨਾ, ਆ ਜਿਹੜੀ ਆਪਾਂ
ਦੂਜੀ ਮੌਤ ਮਰ ਰਹੇ ਹਾਂ, ਹੀਣਤਾ ਦੀ ਮੌਤ ਮਰ ਰਹੇ ਹਾਂ। ਅਸੀਂ ਗੁਰੂ ਤੋਂ ਟੁੱਟ ਕੇ ਜਿਹੜੀ ਮੌਤ ਮਰ ਰਹੇ ਹਾਂ, ਇਹਨੂੰ ਮਰਨਾ ਹੈ। ਇਹ ਮੌਤ ਮਰਨਾ ਹੈ ਕਿ ਗੁਰੂ ਨਾਲ ਜੁੜ ਕੇ ਮਰਨਾ ਹੈ। ਆਪਾਂ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਮਰਨਾ ਹੈ, ਤਾਂ ਹੀ ਗੁਰੂ ਦੇ ਆਪਾਂ ਸਿੱਖ ਬਣ ਸਕਦੇ ਹਾਂ ਤੇ ਤਾਂ ਹੀ ਜੀਵਨ ਦੇ ਵਿੱਚ ਉਹ ਜਿਹੜੀ ਰੰਗਤ ਆ ਸਕਦੀ ਹੈ। ਅੱਜ ਅਸੀਂ ਮਾਲਕ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਜਿਹੋ ਜਿਹਾ ਇੱਥੇ ਆਨੰਦ ਬਣਿਆ ਹੈ, ਨੌਜਵਾਨ ਵੀਰ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਨੇ, ਬੜਾ ਮਨ ਖੁਸ਼ੀ ਹੁੰਦਾ ਕਿ ਸਿੰਘ ਇੰਨੀ ਚੜ੍ਹਦੀ ਕਲਾ ਨਾਲ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ। ਉੱਥੇ ਆਪਾਂ ਇਹਨਾਂ ਲਈ ਅਰਦਾਸ ਵੀ ਕਰਾਂਗੇ ਮਾਲਕ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਇਹਨਾਂ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ, ਕਿਉਂਕਿ ਅਰਦਾਸ ਹੀ ਸਿੱਖ ਦੀ ਜੀਵਨ ਦੀ ਸਭ ਤੋਂ ਵੱਡੀ ਜਿਹੜੀ ਦਾਤ ਹੈ। ਸਿੱਖ ਕੋਲ ਹੋਰ ਕੁਝ ਨਹੀਂ ਹੈ, ਕੇਵਲ ਅਰਦਾਸ ਹੈ ਤੇ ਗੁਰੂ ਨੇ ਉਹ ਅਰਦਾਸ ਪੂਰੀ ਕਰਨੀ ਹੈ। ਜੇ ਸਿੱਖ ਅੰਦਰੋਂ ਤਨ ਮਨ ਹੋ ਕੇ ਅਰਦਾਸ ਕਰੇ ਤੇ ਕਦੇ ਜੀਵਨ ਦੇ ਵਿੱਚ ਝਾਤੀ ਮਾਰੇ ਸਿੱਖ ਕਿ ਮਾਲਕ ਜੀ ਦੀ ਬਾਣੀ ਵਿੱਚੋਂ ਫਰਮਾਨ ਹੁੰਦਾ ਹੈ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਦੇ ਆਪਾਂ ਝਾਤ ਮਾਰੀਏ ਉਸ ਮਾਲਕ ਦਾ ਨਿੱਘ ਮਾਣਿਆ ਤੇ ਜਿੱਦਨ ਉਹ ਨਿੱਘ ਬਣ ਗਿਆ ਨਾ, ਸਮਝੋ ਇਹ ਸ਼ਬਦਾਂ ਤੋਂ ਬਿਆਨ ਨਹੀਂ ਕੀਤਾ ਜਾ ਸਕਣਾ। ਮਾਲਕ ਜੀ ਦੀ ਬਾਣੀ ਵਿੱਚੋਂ ਬਾਬਾ ਰਵਿਦਾਸ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਉਹਦੇ ਵਿੱਚੋਂ ਇੱਕ ਸ਼ਬਦ ਆਉਂਦਾ ਹੈ ਕਿ ਉਹ ਜਿਹੜੇ ਭਗਤ ਰਵਿਦਾਸ ਜੀ ਦਾ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਹੁਣ ਗੰਗਾ ਜੀ ਦੀ ਉਹ ਜਿਹੜੀ ਉਦਾਹਰਣ ਸੁਣਾਈ ਆਪਾਂ ਨੂੰ, ਤੇ ਉੱਥੇ ਗੱਲ ਆਉਂਦੀ ਹੈ ਕਿ ਗੰਗਾ ਇੱਕ ਤੀਰਥ ਹੈ, ਉਹਨੂੰ ਤੀਰਥ ਮੰਨਿਆ ਜਾਂਦਾ ਹੈ ਤੇ ਪਰਮੇਸ਼ਰ ਦਾ ਜਿਹੜਾ ਸੇਵਕ ਹੈ ਉਹ ਭਗਤ ਰਵਿਦਾਸ ਜੀ ਨੇ। ਹੁਣ ਸਤਿਗੁਰਾਂ ਦੀ ਬਾਣੀ ਵਿੱਚੋਂ ਇਹ ਕੁਐਸਚਨ ਵੀ ਆਉਂਦਾ ਤੇ ਉੱਥੇ ਜਵਾਬ ਵੀ ਆ ਜਾਂਦਾ। ਹੁਣ ਕੁਐਸਚਨ ਹੈ ਕਿ ਤੀਰਥ ਵੱਡਾ ਕਿ ਹਰ ਕਾ ਦਾਸ, ਹੈ ਨਾ, ਕਿ ਗੰਗਾ ਕਿੱਥੇ ਹੈ ਤੇ ਪਰਮੇਸ਼ਰ ਦਾ ਭਗਤ ਕਿੱਥੇ ਬੈਠਾ ਹੈ। ਪਰ ਮਾਲਕ ਜੀ ਕਹਿੰਦੇ ਜਿੱਥੇ ਪਰਮੇਸ਼ਰ ਦਾ ਭਗਤ ਬੈਠਾ ਹੈ ਉਹ ਹੀ ਸਭ ਤੋਂ ਵੱਡਾ ਤੀਰਥ ਹੈ, ਉਹ ਆਪਣੇ ਆਪ ਵਿੱਚ ਤੀਰਥ ਹੈ। ਅੱਜ ਆਪਾਂ ਉਹਨਾਂ ਦੇ ਪਿਆਰ ਵਿੱਚ ਬੈਠੇ ਆ, ਇਹ ਤੀਰਥ ਬਣ ਗਿਆ ਨਾ। ਤੇ ਭਗਤ ਰਵਿਦਾਸ ਜੀ ਇਹ ਵੀ ਕਹਿੰਦੇ ਕਿ ਜੋ ਨੇ ਹਮ ਪਰ ਵੀ ਮੈਨੂੰ ਸ਼ਾਇਦ ਵਿਸਰੀ ਹੈ ਬਾਣੀ ਕਿ ਮੈਂ ਜੇ ਪਾਪ ਨਾ ਕਰਦਾ ਤੇ ਪਤਿਤ ਪਾਵਨ ਨਾਮ ਕੈਸੇ ਹੁੰਦਾ ਨਾ, ਵੀ ਪਰਮਾਤਮਾ ਪਾਪ ਕਰਨ ਦਾ ਪਤਿਤ ਪਾਵਨ ਨਾਮ ਕੈਸੇ ਹੁੰਦਾ। ਕਹਿੰਦੇ ਮਾਲਕ ਜੀ ਜੇ ਅਸੀਂ ਪਾਪੀ ਨਾ ਹੁੰਦੇ ਤੇ ਤੈਨੂੰ ਬਖਸ਼ਣਾ ਕਿਹਨੇ ਕਹਿਣਾ ਸੀ, ਪਤਿਤ ਪਾਵਨ ਕਿਹਨੇ ਕਹਿਣਾ ਸੀ। ਬਿਲਕੁਲ ਜੀ, ਤੂੰ ਹੁਣ ਜੇ ਅਸੀਂ ਪਾਪੀ ਆ ਤੇ ਤਾਂ ਹੀ ਤੈਨੂੰ ਬਖਸ਼ਣਾ ਕਹਿੰਦੇ ਨੇ ਨਾ, ਤਾਂ ਹੀ ਤੈਨੂੰ ਮਾਲਕ ਕਹਿੰਦੇ ਨੇ ਨਾ। ਤੇ ਕਿੰਨੀ ਮਿੱਠੀ ਬਾਣੀ ਹੈ ਜੇ ਵੈਸੇ ਵਿਚਾਰ ਕੇ ਦੇਖੀਏ ਵੀ ਪਾਪੀ ਨੂੰ ਵੀ ਇਹ ਨਹੀਂ ਮਹਿਸੂਸ ਹੋਊਗਾ ਵੀ ਯਾਰ ਮੈਂ ਕਿ ਮੈਂ ਹੀਣਤਾ ਵਾਲੀ ਹੈ ਨਾ ਭਾਵਨਾ, ਕਹਿੰਦੇ ਮੈਨੂੰ ਪਾਪੀ ਆ ਮੈਂ, ਤੂੰ ਬਖਸ਼ਣਹਾਰਾ ਬਣੇ। ਬਿਲਕੁਲ 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 ਮਹਾਰਾਜ ਜੀ, ਇਹ ਪਰਮੇਸ਼ਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਜੀ। ਇਹ ਜ਼ੁਬਾਨ ਬੜੀ ਛੋਟੀ ਹੈ, ਅਸੀਂ ਤੇ ਕੋਸ਼ਿਸ਼ ਵੀ ਨਹੀਂ ਕਰ ਸਕਦੇ ਕਿ ਉਹਦੇ ਮਾਲਕ ਦੇ ਗੁਣ ਗਾਇਨ ਕਰ ਸਕੀਏ। ਉਹ ਮਾਲਕ ਜੀ ਜਿੰਨੀ ਕਿ ਸੇਵਾ ਲੈਂਦੇ ਨੇ, ਸ਼ੁਕਰਾਨਾ ਮਾਲਕ ਦਾ। ਤੇ ਇਹੋ ਮਾਲਕ ਦੇ ਚਰਨਾਂ 'ਚ ਅਰਦਾਸ ਹੈ ਕਿ ਇਹ ਜੀਵਨ ਜਿਹੜਾ ਇਸ ਧਰਨੇ ਬਜਾਵੇ, ਮਾਲਕ ਦੇ ਨਾਲ ਬਣੀ ਰਵੇ ਤੇ ਸਾਡਾ ਜੀਵਨ ਜਿਹੜਾ ਸਫਲ ਹੋ ਜਾਵੇ। ਇਹੋ ਅਰਦਾਸ ਮਾਲਕ ਦੇ ਚਰਨਾਂ ਵਿੱਚ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਕਹਿੰਦੇ ਹੁੰਦੇ ਆ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਸੋ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬਾਈ ਜੀ ਕਹਿ ਰਹੇ ਸੀਗੇ ਕਿ ਅਰਦਾਸ ਸਾਡੇ ਕੋਲ ਕਹਿੰਦੇ ਅਰਦਾਸ ਹੀ ਹੈਗੀ ਆ। ਉਹ ਮੈਨੂੰ ਚੇਤਾ ਆ ਰਿਹਾ ਸੀਗਾ, ਕਹਿੰਦੇ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਖੁਦਾ मंजूर करता है दुआ जब दिल से होती है, लेकिन यही एक मुश्किल है कि ये बड़ी मुश्किल से होती है, ये बड़ी मुश्किल से होती है। पर ਜਦੋਂ ਅਸੀਂ ਦਿਲ ਤੋਂ ਅਰਦਾਸ ਕਰੀਏ ਉਹ ਕਬੂਲ ਜ਼ਰੂਰ ਕਰਦਾ। ਦੋਸਤੋ ਅਰਦਾਸ ਕਰਿਓ ਕਿ ਜਿਹੜਾ ਮੋਰਚਾ ਲੱਗਿਆ ਹੋਇਆ ਇਹਦੇ ਵਿੱਚ ਜਿੱਤ ਹਾਸਲ ਹੋਵੇ। ਨਿਹੰਗ ਸਿੰਘ ਪਹੁੰਚੇ ਹੋਏ ਨੇ, ਬਜ਼ੁਰਗ ਪਹੁੰਚੇ ਹੋਏ ਨੇ, ਮਹਿਲਾਵਾਂ ਪਹੁੰਚੀਆਂ ਹੋਏ ਨੇ, ਸਾਡੇ ਵੀਰ ਪਹੁੰਚੇ ਹੋਏ ਨੇ ਔਰ ਦਿਲ ਦੇ ਵਿੱਚ ਜਜ਼ਬਾਤ ਰੱਖਦੇ ਹੋਏ ਇੱਥੇ ਇਨਸਾਨ ਕਿਸਾਨ ਪਹੁੰਚੇ ਹੋਏ ਨੇ। ਤੁਸੀਂ ਵੇਖ ਸਕਦੇ ਆ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਹੁਮਾ ਕੇ ਪਹੁੰਚ ਰਹੀਆਂ ਨੇ। ਇਸ ਵਕਤ ਲੰਗਰ ਜਿਹੜਾ ਹੈ ਉਹ ਛਕਾਇਆ ਜਾ ਰਿਹਾ ਹੈ ਕਿਉਂਕਿ ਜਿਹੜਾ ਵੇਲਾ ਹੋ ਗਿਆ ਉਹ ਲੰਗਰ ਦਾ ਹੋ ਗਿਆ ਇਸ ਵਕਤ, ਕਿਉਂਕਿ ਸਵੇਰ ਤੋਂ ਸੰਗਤਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਨਗਰ ਕੀਰਤਨ ਦਾ ਹਿੱਸਾ ਬਣੀਆਂ ਹੋਈਆਂ ਨੇ। ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਲਕੀ ਇਸ ਵਕਤ ਮੌਜੂਦ ਹੈ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮੌਜੂਦ ਨੇ ਔਰ ਚਵਰ ਛਤਰ ਤਖਤ ਦੇ ਮਾਲਕ ਇਸ ਵਕਤ ਸ਼ਿਸ਼ੋਭਤ ਨੇ ਪਾਲਕੀ ਸਾਹਿਬ ਦੇ ਵਿੱਚ ਚੌਰ ਸਾਹਿਬ ਦੇ ਨਾਲ ਭਾਈ ਸਾਹਿਬ ਸੇਵਾ ਕਰ ਰਹੇ ਨੇ ਜੀ। ਨਿਹੰਗ ਸਿੰਘ ਮੌਜੂਦ ਨੇ ਔਰ ਇਸ ਪਾਸੇ ਵੀਰ ਸਾਡੇ। ਹਾਲਾਂਕਿ ਜਿਹੜਾ ਤਾਪਮਾਨ ਹੈਗਾ, ਤਾਪਮਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਬਦਲਾਅ ਆ ਚੁੱਕਿਆ ਹੈ, ਪਰ ਫਿਰ ਵੀ ਜਿਹੜੇ ਸਾਡੇ ਵੀਰ ਨੇ ਉਹਨਾਂ ਦੇ ਜਜ਼ਬਾਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਮਹਿਸੂਸ ਹੋ ਰਿਹਾ। ਵੀਰ ਜੀ ਮੈਂ ਕਹਿ ਰਿਹਾ ਸੀਗਾ ਕਿ ਹਾਲਾਂਕਿ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਚੁੱਕਿਆ ਹੈ ਪਰ ਜਜ਼ਬਾਤਾਂ ਦੇ ਵਿੱਚ ਬਦਲਾਅ ਨਹੀਂ। ਜਜ਼ਬਾਤ ਉਸੇ ਤਰੀਕੇ ਨਾਲ ਅਸੀਂ ਵੇਖ ਰਹੇ ਹਾਂ ਕਿ
ਚੜ੍ਹਦੀ ਕਲਾ ਦੇ ਵਿੱਚ ਦੁਬਾਰਾ ਸਾਨੂੰ ਮਹਿਸੂਸ ਹੋ ਗਿਆ। ਔਰ ਇੱਕ ਹੋਰ ਇਹ ਆਲਮ ਬਣਿਆ ਹੋਇਆ ਅੱਜ, ਇੱਕ ਕਹਿ ਲਓ ਕਿ ਜਿਸ ਤਰੀਕੇ ਨਾਲ 26 ਜਨਵਰੀ ਤੋਂ ਬਾਅਦ ਇੱਕ ਥੋੜਾ ਜਿਹਾ ਦਿਲ ਕਿਤੇ ਨਾ ਕਿਤੇ ਕਈਆਂ ਦਾ ਇੱਕ ਤਰੀਕੇ ਨਾਲ ਟੁੱਟਿਆ ਜਿਹਾ ਮਹਿਸੂਸ ਹੋ ਰਿਹਾ ਸੀਗਾ, ਪਰ ਅੱਜ ਇੱਕ ਤਰੀਕੇ ਨਾਲ ਦੁਬਾਰਾ ਇਦਾਂ ਲੱਗਦਾ ਕਿ ਉਹੀ ਮਾਹੌਲ ਬਣ ਗਿਆ। ਇਹ ਪਰਮਾਤਮਾ ਦੀ ਕਿਰਪਾ ਦੁਬਾਰਾ ਵਾਪਰ ਰਹੀ ਹੈ ਜੀ। ਬਿਲਕੁਲ ਬਿਲਕੁਲ। ਦੇਖੋ, ਇਹ ਆਪਾਂ ਪਹਿਲੇ ਦਿਨ ਤੋਂ ਹੀ ਕਹੇ ਆ ਕਿ ਜਿਸ ਜਗ੍ਹਾ ਤੇ ਅਸੀਂ ਇਸ ਵੇਲੇ ਖੜੇ ਆ, ਇਹ ਕੋਈ 12-13 ਕਿਲੋਮੀਟਰ ਦਾ ਏਰੀਆ ਆ, ਸੰਘੂ ਬਾਰਡਰ ਤੋਂ ਲਾ ਕੇ ਰਸੋਈ ਢਾਬੇ ਤੱਕ। ਇਹ ਤਾਂ ਪਹਿਲੇ ਦਿਨ ਤੋਂ ਕਹੇ ਵੀ ਇਹ ਮਹਾਰਾਜ ਦਾ ਵਰਤਾਵਾ ਹੋਣ ਡਿਆ, ਇੱਥੇ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ। ਜੇ ਕਿਸੇ ਚੀਜ਼ ਦੀ ਅੱਜ ਕਮੀ ਲੱਗਦੀ ਆ, ਅਗਲੇ ਦਿਨ ਇੰਨੇ ਕੁ ਭੰਡਾਰ ਆ ਜਾਂਦੇ ਆ, ਮਹਾਰਾਜ ਦੀ ਇੰਨੀ ਕੁ ਕਿਰਪਾ ਹੋ ਜਾਂਦੀ ਆ, ਤੇ ਅਸੀਂ ਇੰਨਾ ਵੰਡਣ ਡੇ ਆ, ਸਾਡੇ ਕੋਲ ਮੁੱਕਦਾ ਨਹੀਂ ਹੈਗਾ। ਇਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਕਿਸਾਨ ਆਪਣੇ ਹੱਕ ਲੈਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆ, ਉਹਨਾਂ ਨੇ ਆਪਣੇ ਹੱਕ ਲੈਣੇ ਆ, ਉਹਨਾਂ ਨੂੰ ਹੱਕ ਮਿਲਣੇ ਚਾਹੀਦੇ ਆ। ਕਿਉਂਕਿ ਜਿੱਦਾਂ ਅਸੀਂ ਨਵੇਂ ਸਾਲ ਦਾ ਦਿਨ ਵੀ ਮਨਾਇਆ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਵੀ ਮਨਾਇਆ, ਅੱਜ ਮਹਾਰਾਜ ਰਵਿਦਾਸ ਜੀ ਦਾ ਵੀ ਦਿਨ ਮਨਾ ਰਹੇ ਆ। ਕਿਉਂਕਿ ਇਦਾਂ ਕਿ ਅਸੀਂ ਤਾਂ ਸਾਂਝੀ ਵਾਰਤਾ ਦੇ ਪੁਜਾਰੀ ਆ, ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਆ। ਤੇ ਇਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜੋ ਸਾਡੇ ਵਾਸਤੇ ਗਲਤ ਸੋਚਦੀ ਆ ਉਹ ਨਾ ਸੋਚੇ, ਕਿ ਕਿਸਾਨ ਆਪਣੇ ਹੱਕ ਵਾਸਤੇ ਆਏ ਆ, ਉਹਨਾਂ ਨੇ ਆਪਣੇ ਹੱਕ ਲੈ ਕੇ ਜਾਣਾ ਆ। ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਅੱਜ ਮਹਾਰਾਜਾ ਰਵਿਦਾਸ ਜੀ ਦਾ ਦਿਨ ਮਨਾ ਰਹੇ ਆ, ਕਾਫੀ ਸੰਗਤਾਂ ਪੈਦਲ ਚੱਲ ਰਹੀਆਂ ਆ। ਅਸੀਂ ਪੰਜ ਪਿਆਰੇ ਚਾਰ ਸਾਹਿਬਜ਼ਾਦਿਆਂ ਨੂੰ ਕਿਹਾ ਸੀ ਆਪਾਂ ਗੱਡੀਆਂ 'ਚ ਚੱਲਦੇ, ਕਹਿੰਦੇ ਨਹੀਂ ਅਸੀਂ ਪੈਦਲ ਜਾਣਾ ਆ। ਇਹ ਸ਼ਰਧਾ ਆ ਜੀ ਸਾਰਿਆਂ ਦੀ। ਹਾਂਜੀ, ਔਰ ਸ਼ਰਧਾ ਜਿੱਥੇ ਹੋਵੇ ਉੱਥੇ ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ। ਔਰ ਜਜ਼ਬਾਤ ਜਿਹੜੇ ਨੇ ਉਹ ਖਿੱਚ ਲਿਆਉਂਦੇ ਹੈਗੇ ਆ, ਭਾਵੇਂ ਕਿਸੇ ਕੋਲ ਕੋਈ ਹਿੱਲਾ ਹੋਵੇ, ਵਸੀਲਾ ਹੋਵੇ, ਚਾਹੇ ਨਾ ਹੋਵੇ, ਪਰ ਜਿੱਥੇ ਜਜ਼ਬਾਤਾਂ ਦੀ ਗੱਲ ਆ ਜਾਂਦੀ ਆ ਉੱਥੇ ਭਾਵੇਂ ਕੋਈ ਕਈਆਂ ਦੇ, ਮੈਂ ਇੱਥੇ ਦੇਖ ਰਿਹਾ ਕਿ ਕਈਆਂ ਦੇ ਵਿਚਾਰਿਆਂ ਦੇ ਹੈਂਡੀਕੈਪਟ ਵੀ ਹੈਗੇ ਆ, ਅੰਗਹੀਣ ਵੀ ਨੇ, ਅੰਗ ਵੀ ਪੂਰੇ ਨਹੀਂ ਨੇ, ਪਰ ਜਜ਼ਬਾਤ ਖਿੱਚ ਲਿਆਉਂਦੇ ਆ। ਬਿਲਕੁਲ ਜੀ ਬਿਲਕੁਲ। ਦੇਖੋ, ਇਹ ਰੂਹਾਂ ਦਾ ਜਿਹੜਾ ਸੰਘਰਸ਼ ਹੈ, ਰੂਹਾਂ ਨਾਲ ਲੜ ਹੋਣ ਡਿਆ ਆ, ਜਜ਼ਬਾਤਾਂ ਨਾਲ ਲੜ ਹੋ ਰਿਹਾ ਆ। ਤੇ ਅਸੀਂ ਵੀ ਜਿੰਨੀ ਵੀ ਸੰਗਤ ਆਈ ਆ, ਇਹ ਦੇਖਣਾ ਹੁਣ ਤੁਸੀਂ ਪੈਦਲ ਮਾਰਚ ਕਰ ਰਹੇ ਆ। ਅਸੀਂ ਉਹਨਾਂ ਨੂੰ ਕਾਫੀ ਕਿਹਾ ਵੀ ਟਰੈਕਟਰ ਗੱਡੀਆਂ ਮੰਗਾ ਲਈਏ, ਕਹਿੰਦੇ ਨਹੀਂ ਵੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ, ਵੀ ਅਸੀਂ ਪੈਦਲ ਹੀ ਜਾਣਾ ਆ। ਕਿ ਇਹ ਸਰਕਾਰਾਂ ਨੂੰ ਵੀ ਦੱਸ ਸਕੀਏ ਕਿ ਅਸੀਂ ਕਿਸੇ ਵੀ ਸੰਕਟ ਤੋਂ ਡਰਨ ਵਾਲੇ ਨਹੀਂ ਹੈਗੇ। ਅਸੀਂ ਜਿਹੜੇ ਆਪਣੇ ਇਰਾਦੇ ਆ ਉਹ ਸਾਡੇ ਬੁਲੰਦ ਰਹਿਣਗੇ, ਬੁਲੰਦ ਰਹਿਣਗੇ। ਸੋ ਇਰਾਦੇ ਕਹਿੰਦੇ ਆ ਬੁਲੰਦ ਰਹਿਣਗੇ, ਔਰ ਬੁਲੰਦ ਰਹਿਣੇ ਵੀ ਚਾਹੀਦੇ ਆ ਦੋਸਤੋ, ਕਿਉਂਕਿ ਸਾਡੀ ਕੌਮ ਹੀ ਇਹੋ ਜਿਹੀ ਹੈਗੀ ਆ। ਇਹ ਢਹਿੰਦੀ ਕਲਾ ਦੇ ਵਿੱਚ ਗੱਲ ਕਰ ਹੀ ਨਹੀਂ ਸਕਦੀ, ਕਿਉਂਕਿ ਸ਼ਹੀਦੀਆਂ ਦੇ ਨਾਲ ਭਰੀ ਹੋਈ ਕੌਮ ਹੈਗੀ ਆ। ਆਓ ਹੁਣ ਇੱਕ ਵਾਰੀ ਤੁਹਾਨੂੰ ਦਰਸ਼ਨ ਕਰਾ ਦਈਏ ਸਾਡੀਆਂ ਮਾਵਾਂ ਭੈਣਾਂ ਦੇ ਜਿਹੜੀਆਂ ਸੇਵਾ ਕਰਵਾ ਰਹੀਆਂ ਨੇ, ਇੱਕ ਵਾਰੀ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਈਏ। ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਮੋਰਚਾ ਜਿਹੜਾ ਹੈਗਾ ਉਹ ਤਕਰੀਬਨ ਖਾਲੀ ਹੋ ਚੁੱਕਿਆ। ਇਹੋ ਜਿਹਾ ਕੁਝ ਮੀਡੀਆ ਹਾਊਸਿਸ ਨੇ ਇਹੋ ਜਿਹੀਆਂ ਰਿਪੋਰਟਾਂ ਪੇਸ਼ ਕੀਤੀਆਂ ਸੀਗੀਆਂ। ਤਾਂ ਤੁਹਾਨੂੰ ਇੱਕ ਵਾਰੀ ਅਸੀਂ ਲੰਗਰਾਂ ਦੇ ਦਰਸ਼ਨ ਕਰਾ ਦਈਏ ਕਿ ਕਿਸ ਤਰੀਕੇ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਉਹ ਲੰਗਰ ਦੇ ਵਿੱਚ ਸੇਵਾ ਕਰਵਾ ਰਹੀਆਂ ਨੇ ਜੀ। ਸੋ ਲੰਗਰ ਚੱਲ ਰਹੇ ਨੇ, ਔਰ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਖਾਸ ਤੌਰ ਦੇ ਉੱਤੇ ਲੰਗਰ ਦੀ ਸੇਵਾ ਨੂੰ ਲੈ ਕੇ ਬੜੀ ਉਤਸ਼ਾਹਤ ਨੇ। ਆਓ ਗੱਲ ਕਰ ਲੈਂਦੇ ਹਾਂ ਜੀ। ਪਹਿਲਾਂ ਅਸਲ ਦੋਸਤੋ ਅਸੀਂ ਪਹਿਲਾਂ ਗੱਲ ਕਰਨ ਲੱਗੇ ਸੀਗੇ, ਪਰ ਨਗਰ ਕੀਰਤਨ ਆ ਗਿਆ ਤਾਂ ਮਾਤਾ ਜੀ ਕਹਿੰਦੇ ਪਹਿਲਾਂ ਅਸੀਂ ਸੇਵਾ ਕਰਵਾ ਲਈਏ, ਕਿਉਂਕਿ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ ਸਾਡੀ ਕੌਮ ਦੇ ਵਿੱਚ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਬੀ ਜੀ ਕਿੱਥੋਂ ਆਏ ਤੁਸੀਂ? ਅਸੀਂ ਲੁਧਿਆਣਾ ਜ਼ਿਲ੍ਹਾ। ਹਾਂਜੀ। ਅੱਛਾ, ਇਹ ਕਿਹਾ ਜਾ ਰਿਹਾ ਸੀਗਾ, ਕੁਝ ਮੀਡੀਆ ਵਾਲਿਆਂ ਨੇ ਰਿਪੋਰਟਾਂ ਪੇਸ਼ ਕੀਤੀਆਂ ਕਿ ਇੱਥੋਂ ਤਾਂ ਸੰਗਤ ਚਲੇ ਗਈ ਆ, ਇਹ ਤਾਂ ਮੋਰਚਾ ਖਾਲੀ ਹੋ ਗਿਆ। ਤੁਸੀਂ ਕਿੱਦਾਂ ਵੇਖਦੇ? ਤੁਹਾਨੂੰ ਲੱਗਿਆ ਮੋਰਚਾ ਖਾਲੀ ਹੋ ਗਿਆ? ਹੋਇਆ ਨਹੀਂ, ਉਹ ਤਾਂ ਮੋਦੀ ਨੂੰ ਲੱਗਦਾ ਜੀ, ਸਾਨੂੰ ਤਾਂ ਕੋਈ ਨਹੀਂ ਲੱਗਦਾ। ਦਿੱਲੀ ਸਰਕਾਰ ਨੂੰ ਲੱਗਦਾ, ਤੋਮਰ ਨੂੰ ਲੱਗਦਾ, ਸ਼ਾਹ ਜੀ ਨੂੰ ਲੱਗਦਾ। ਸਾਡਾ ਤਾਂ ਉਹਨੇ ਹੀ ਖਾਲਸੇ ਦੀ ਰੌਣਕ ਆ। ਅਸੀਂ ਤਾਂ ਕਲਾ 'ਚ ਚੜ੍ਹਦੀ ਕਲਾ 'ਚ ਆ ਜੀ, ਉਦੋਂ ਵੀ ਦੁੱਗਣਾ ਚੌਗਣਾ ਹੋਣਾ ਅੱਗੇ ਇਕੱਠ। ਹਾਂਜੀ, ਤੁਸੀਂ ਦੇਖ ਸਕਦੇ ਆ ਦੋਸਤੋ, ਹਾਲਾਂਕਿ ਤਬਦੀਲੀ ਆ ਚੁੱਕੀ ਹੈ ਮੌਸਮ ਦੇ ਵਿੱਚ, ਗਰਮੀ ਜਿਹੜੀ ਹੈਗੀ ਹੈ ਅੱਗੇ ਵੱਧ ਰਹੀ ਹੈ, ਔਰ ਤੁਸੀਂ ਹੁਣ ਵੀ ਵੇਖ ਸਕਦੇ ਹੋ ਮੁੜਕਾ ਆਇਆ ਹੋਇਆ ਸਾਡੀਆਂ ਮਾਵਾਂ ਭੈਣਾਂ ਨੂੰ, ਪਸੀਨੇ ਛੁੱਟ ਰਹੇ ਨੇ ਪਰ ਹੌਸਲੇ ਬੁਲੰਦ ਨੇ। ਅੱਛਾ ਬੀਬੀ ਜੀ, ਮੈਨੂੰ ਐਂ ਦੱਸੋ ਵੀ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਫਿਰ ਇਸ ਤਰੀਕੇ ਦੇ ਨਾਲ ਸੇਵਾ ਅੱਗੇ ਵੀ ਕਰਦੇ ਰਹੋਗੇ ਤੁਸੀਂ? ਹਾਂਜੀ ਹਾਂਜੀ, ਸੇਵਾ ਐਵੇਂ ਚੱਲੂ। ਸਰਦੀਆਂ 'ਚ ਵੀ ਚੱਲੀ ਆ, ਗਰਮੀਆਂ 'ਚ। ਜਿੰਨਾ ਚਿਰ ਕਾਰੇ ਕਾਨੂੰਨ ਰੱਦ ਨਹੀਂ ਕਰਦਾ ਮੋਦੀ, ਉਹਨਾਂ ਚਿਰ ਅਸੀਂ ਜਾਂਦੇ ਨਹੀਂ। ਅਕਾਲ ਪੁਰਖ ਨੇ ਮੋਦੀ ਦਾ ਅੰਤ ਕਰਨਾ ਹੀ ਕਰਨਾ। ਇੰਦਰਾ ਗਾਂਧੀ ਦਾ ਹੋਇਆ, ਮੋਦੀ ਦਾ ਵੀ ਹੋਊਗਾ। ਚਲੋ ਆਪਾਂ ਜਜ਼ਬਾਤ ਥੋੜ੍ਹੇ ਜਿਹੇ ਆਪਾਂ ਫਿਰ ਵੀ ਕਾਬੂ 'ਚ ਰੱਖੀਏ, ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਨੇ ਹੱਲ ਕਰਨਾ ਤਾਂ ਉਹਨੇ ਹੱਲ ਕਰੇ ਦੇਣਾ।
ਬਿਲਕੁਲ ਲੇਕਿਨ ਜਜ਼ਬਾਤ ਜਿਹੜੇ ਨੇ ਦੋਸਤੋ ਉਹ ਕਈ ਵਾਰੀ ਕਾਬੂ ਦੇ ਵਿੱਚ ਨਹੀਂ ਰਹਿੰਦੇ, ਕਿਉਂਕਿ ਇਸ ਤਰੀਕੇ ਦੇ ਨਾਲ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਸੜਕਾਂ ਦੇ ਉੱਤੇ ਇਸ ਵਕਤ ਆਏ ਹੋਏ ਨੇ। ਕਿਸੇ ਦਾ ਦਿਲ ਨਹੀਂ ਕਰਦਾ, ਦੇਖੋ ਮੌਸਮ ਦੇ ਵਿੱਚ ਕਿੰਨੀ ਵੱਡੀ ਤਬਦੀਲੀ ਆ ਚੁੱਕੀ ਹੈ, ਗਰਮੀ ਆ ਚੁੱਕੀ ਹੈ, ਪਰ ਫਿਰ ਵੀ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਦੀ ਉਮਰ ਘਰ ਦੇ ਵਿੱਚ ਆਰਾਮ ਕਰਨ ਦੀ ਹੈ ਤਾਂ ਇਸ ਵੇਲੇ ਵੀ ਉਹ ਸੇਵਾ ਕਰਵਾ ਰਹੀਆਂ ਨੇ ਲੰਗਰਾਂ ਦੇ ਵਿੱਚ। ਉਵੇਂ ਹੀ ਗਰਮੀ ਕੱਟਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਸਾਰਾ ਸਿਆਲ ਇੱਥੇ ਕੱਟ ਲਿਆ, ਉਸੇ ਤਰ੍ਹਾਂ ਗਰਮੀ ਵੀ ਕੱਟਾਂਗੇ। ਸੇਵਾ ਨਿਰੰਤਰ ਚੱਲਦੀ ਰਹੂ, ਸੇਵਾ 'ਚ ਕੋਈ ਵਿਘਨ ਨਹੀਂ ਪੈਣਾ। ਜਿਹੜੇ ਅਫਵਾਹਾਂ ਉਡਾ ਰਹੇ ਮੀਡੀਆ ਰਾਹੀਂ ਨਾ ਜੀ ਮੋਰਚਾ ਖਾਲੀ ਹੋ ਗਿਆ, ਉੱਥੇ ਜੇ ਹੋ ਗਿਆ, ਜਿੱਥੇ ਉਹ ਹੋ ਗਿਆ, ਇਹ ਤੁਸੀਂ ਆਪ ਦੇਖ ਸਕਦੇ ਹੋ। ਮੋਰਚਾ ਫਤਿਹ ਕਰਕੇ ਹੀ ਜਾਵਾਂਗੇ, ਨਹੀਂ ਮਰ ਕੇ ਜਾਵਾਂਗੇ। ਇਹ ਕੋਈ ਮਤਲਬ ਨਹੀਂ ਵੀ ਅਸੀਂ ਮੋਰਚਾ ਖਾਲੀ ਛੱਡ ਕੇ ਤੇ ਘਰੇ ਵਾਪਸ ਚਲੇ ਜਾਈਏ। ਘਰੇ ਸਾਡਾ ਕੀ ਆ? ਸਾਰਾ ਕੁਝ ਤਾਂ ਇੱਥੇ ਆ। ਜੇ ਮਸਲਾ ਨਹੀਂ ਹੱਲ ਹੁੰਦਾ ਤੇ ਘਰੇ ਜਾ ਕੇ ਵੀ ਅਸੀਂ ਮਾਰੀ ਜਾਣਾ, ਸਰਕਾਰ ਨੇ ਮਾਰ ਹੀ ਦੇਣਾ, ਉਹ ਇੱਥੇ ਨਾ ਮਰ ਜਾਾਂਗੇ। ਘਰੇ ਨਹੀਂ ਅਸੀਂ ਜਾ ਸਕਦੇ ਜਿੰਨੇ ਚਿਰ ਸਾਡਾ ਮੋਰਚਾ ਫਤਿਹ ਨਹੀਂ ਹੁੰਦਾ। ਔਰ ਇਸ ਵਕਤ ਦੋਸਤੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦ ਨੇ। ਤਾਂ ਇੱਕ ਤਰੀਕੇ ਨਾਲ ਜਿਹੜਾ ਆਲਮ ਬਣਿਆ ਹੋਇਆ, ਬੜਾ ਹੀ ਧਾਰਮਿਕ ਆਲਮ ਬਣਿਆ ਹੋਇਆ, ਇੱਕ ਖੂਬਸੂਰਤੀ ਨਜ਼ਰ ਆ ਰਹੀ ਹੈ। ਜਿਸ ਤਰੀਕੇ ਨਾਲ ਇੱਕ ਥੋੜੀ ਜਿਹੀ ਨਮੋਸ਼ੀ ਪਹਿਲਾਂ ਮਹਿਸੂਸ ਕੀਤੀ ਜਾ ਰਹੀ ਸੀ, ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਸ ਤਰੀਕੇ ਨਾਲ ਸਰੂਪ ਆਇਆ ਹੈ, ਸੇਵਾਕਾਰੀਆਂ ਨੇ, ਸੰਗਤਾਂ ਜਜ਼ਬਾਤਾਂ ਦੇ ਨਾਲ ਭਰੀਆਂ ਹੋਈਆਂ ਨੇ, ਤਾਂ ਇੱਕ ਨਵੀਂ ਕਿਰਨ, ਇੱਕ ਨਵੀਂ ਬਿਜਲੀ ਵੀ, ਇੱਕ ਨਵੀਂ એનર્ਜੀ ਜਿਹੜੀ ਹੈਗੀ ਹੈ ਉਹ ਵੀ ਮਿਲੀ ਹੈਗੀ ਆ। ਮਾਤਾ ਜੀ ਤੋਂ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 3 ਸਾਲ ਹੋ ਗਿਆ ਸਾਡੇ ਬੱਚੇ 3 ਮਹੀਨੇ ਹੋ ਗਿਆ ਸਾਡੇ ਬੱਚੇ ਬੈਠਿਆਂ ਨੂੰ ਇੱਥੇ। ਬਹੁਤ ਹੀ ਔਖੇ, ਆਪਣੇ ਛੋਟੇ ਛੋਟੇ ਬੱਚੇ ਛੱਡ ਕੇ ਉਹ ਇੱਥੇ ਬੈਠੇ ਨੇ, ਆਪਣੇ ਕੰਮਕਾਰ ਸਾਰੇ ਛੱਡ ਕੇ ਇੱਥੇ ਬੈਠੇ ਨੇ। ਮੇਰੇ ਭੈਣ ਭਾਈ, ਜਿੰਨਾ ਚਿਰ ਇਹ ਮੋਰਚਾ ਜਿੱਤਿਆ ਨਹੀਂ ਜਾਂਦਾ ਅਸੀਂ ਉਹਨਾਂ ਚਿਰ ਨਹੀਂ ਜਾਵਾਂਗੇ। ਸਾਨੂੰ ਤਾਂ ਚਾਹੇ ਗੋਲੀ ਮਾਰ ਕੇ ਮਾਰ ਦੇਣ, ਅਸੀਂ ਆਹ ਭੈਣ ਭਾਈਆਂ ਨੂੰ ਤੇ ਨਾਲੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਛੱਡ ਕੇ ਜਾਵਾਂਗੇ। ਸੋ ਦੋਸਤੋ ਜਜ਼ਬਾਤਾਂ ਦੇ ਨਾਲ ਹਿਰਦੇ ਭਰੇ ਪਏ ਨੇ, ਔਰ ਇੱਕ ਤਰੀਕੇ ਦੇ ਨਾਲ ਅਸੀਂ ਇਹ ਵੀ ਕਹਿਣ ਦੀ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਇੱਕ ਹੌਸਲਾ ਬਣਾਈ ਰੱਖਣ, ਪਰ ਜਜ਼ਬਾਤ ਜਿਹੜੇ ਨੇ ਉਹ ਜਿਵੇਂ ਮਾਤਾ ਜੀ ਨੇ ਕਿਹਾ ਹੈਗਾ ਕਿ ਨਿੱਕੇ ਨਿੱਕੇ ਬੱਚੇ ਨੇ ਦੋਸਤੋ। ਬਹੁਤ ਕੁਝ, ਬਹੁਤ ਸਾਰਾ ਸਰਮਾਇਆ ਜਿਹੜਾ ਹੈਗਾ, ਤੁਸੀਂ ਵੀ ਜਾਣਦੇ ਹੋ ਕਿ ਦਿੱਲੀ ਪੰਜਾਬ ਤੋਂ ਕੋਹਾਂ ਦੂਰ ਪੈਂਦੀ ਹੈਗੀ ਹੈ, ਔਰ ਡੀਜ਼ਲ ਦਾ ਖਰਚਾ ਹੀ ਨਹੀਂ ਮਾਣ ਹੁੰਦਾ। ਜੇ ਇੱਕ ਟਰੈਕਟਰ ਦਾ ਅਸੀਂ ਕਹਿ ਲਈਏ ਤਾਂ ਇੱਕ ਟਰੈਕਟਰ ਦੇ ਵਿੱਚ ਇੱਥੇ ਆਉਣ ਦਾ ਡੀਜ਼ਲ ਦਾ ਖਰਚਾ ਹੀ ਮਾਣ ਨਹੀਂ ਹੁੰਦਾ। ਹੋਰ ਮਾਵਾਂ ਭੈਣਾਂ ਇੱਥੇ ਬੈਠੀਆਂ ਨੇ। ਅੱਛਾ, ਕੁਝ ਸਾਡੀਆਂ ਇੱਥੋਂ ਦੀਆਂ ਮਾਵਾਂ ਭੈਣਾਂ ਵੀ ਇੱਥੇ ਸੇਵਾ ਕਰਾਉਣ ਆਉਂਦੀਆਂ ਨੇ, ਤਾਂ ਗੱਲ ਕਰਦੇ ਹਾਂ। शायद थोड़े चो कोई कुंडली का भी बैठा है, कोई आप में से कोई कुंडली का भी है यहाँ का? सारे पंजाब दे हो? यूपी के हैं आप? अच्छा, कोई बात नहीं। आपका नाम क्या है जी? सीता। अच्छा, आप यहाँ सेवा करवाने आए हैं? सेवा करते हैं, 300 रुपया मिलते। मेरे बच्चे हैं, मेरा आदमी है नहीं, तो हम पालते हैं, अपने किराया राया रूम का दे देते हैं। वीर जी मेरे दे देते हैं तो मेरे मिल जाता है। गरीब हैं हम, मेरा कोई नहीं है। कोई बात नहीं, जिसका कोई नहीं होता उसका खुदा होता है, और जिसका खुदा होता है उसका सब कुछ होता है। तो यहाँ ये तो गुरु नानक का घर है, यहाँ पे तो कोई गरीब की कोई बात ही नहीं है ना, यहाँ सब अमीर हैं। सब सही है, मेरे वीर सब सही है, क्योंकि मेरा सतगुरु यार गरीबां दा सब सही है, मेरे वीर सब सही है। आपको कुछ जितनी माता हैं, जितनी भी बीबी हैं, सब अच्छी हैं। हाँ, ऐसा हमने कभी नहीं कहीं देखा, जैसे ये सब देखे हमने ऐसा कभी कहीं नहीं देखा। थोड़ा नाम भी बड़ा, आपका नाम भी बड़ा खूबसूरत है, सीता जी दा। कभी नहीं देखा हमने। भगवान आपके बच्चों को भी तंदुरुस्ती बख्शे और उनका जो फ्यूचर है, भविष्य है, उसको भी उज्जवल करे। गलत नहीं करते, मांग के खाते हैं, चोरी नहीं करते, मांग लेते खा लेते। ਸੋ ਦੋਸਤੋ ਕਹਿੰਦੇ ਕਿ ਚੋਰੀ ਨਹੀਂ ਅਸੀਂ ਕਰਦੇ, ਹਾਲਾਂਕਿ ਮੇਰੀ ਭੈਣ ਜਿਹੜੀ ਹੈਗੀ ਹੈ ਮਿਹਨਤ ਕਰ ਰਹੀ ਹੈ, ਔਰ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਜੀ ਕੋਲ ਜਾ ਕੇ ਪ੍ਰਸ਼ਾਦਾ ਛਕਿਆ ਸੀ ਮਲਕ ਭਾਗੋ ਨੂੰ ਛੱਡ ਕੇ, ਔਰ ਜਦੋਂ ਰੋਟੀਆਂ ਨਚੋੜੀਆਂ ਸੀਗੀਆਂ ਤਾਂ ਭਾਈ ਲਾਲੋ ਜੀ ਦੀਆਂ ਰੋਟੀਆਂ ਦੇ ਵਿੱਚੋਂ ਦੁੱਧ ਨਿਕਲਿਆ ਸੀਗਾ, ਔਰ ਮਲਕ ਭਾਗੋ ਦੀਆਂ ਰੋਟੀਆਂ ਦੇ ਵਿੱਚ ਕਹਿੰਦੇ ਖੂਨ ਨਿਕਲਿਆ ਸੀਗਾ। ਮਾਤਾ ਜੀ ਇਦਾਂ ਹੀ ਗੱਲ ਹੈਗੀ ਆ? ਹਾਂਜੀ, ਇਹ ਸੱਚੀ ਹੈ ਵੀਰੇ, ਝੂਠ ਨਹੀਂ। ਜਿੰਨਾ ਚਿਰ ਸਾਡੇ ਕਾਨੂੰਨ ਇਹ ਲੱਦ ਨਹੀਂ ਨਾ ਕਰਦਾ ਅਸੀਂ ਜਾਂਦੇ ਨਹੀਂ, ਇੱਥੇ ਹੀ ਰਵਾਂਗੇ। ਸਾਡੇ ਜੋ ਬੱਚੇ ਬੈਠੇ ਅਸੀਂ ਉੱਥੇ ਕਰਾਂਗੇ ਵੀ ਕੀ? ਸਾਡਾ ਉੱਥੇ ਹੈ ਵੀ ਕੀ? ਅਸੀਂ ਫਿਰ ਅੱਜ ਵੀ ਮਰੇ ਹਾਂ, ਅਸੀਂ ਕੱਲ ਵੀ ਮਰੇ ਹਾਂ ਬਸ। ਸੋ ਮਾਵਾਂ ਭੈਣਾਂ ਦੋਸਤੋ ਤੁਸੀਂ ਵੇਖ ਸਕਦੇ ਆ ਸੇਵਾ ਕਰਵਾ ਰਹੀਆਂ ਨੇ। ਹੋਰ ਵੀ ਮੇਰੀਆਂ ਭੈਣਾਂ बैठी ने। आप भी बाहर के कुंडली के हैं जी? आप भी? सो
ਮੈਂ ਚਾਹੁੰਦਾ ਕਿ ਇਹਨਾਂ ਦੇ ਨਾਲ ਵੀ, ਕਿਉਂਕਿ ਦੋਸਤੋ ਪੰਜਾਬ ਤੋਂ ਤਾਂ ਸਾਡੀਆਂ ਮਾਵਾਂ ਭੈਣਾਂ ਆਈਆਂ ਹੀ ਹੋਈਆਂ ਨੇ, ਸਾਡੀਆਂ ਬੀਬੀਆਂ ਅਣਖ ਵਾਲੀਆਂ ਮਾਵਾਂ ਸਾਡੀਆਂ ਜਿਗਰੇ ਰੱਖ ਕੇ। ਤੇ ਜੇ ਸਾਡੇ ਕਿਸਾਨ ਵੀਰਾਂ ਨੇ ਜੌਨ ਡੀਰ ਰੱਖੇ ਹੋਏ ਨੇ, ਸਵਰਾਜ ਰੱਖੇ ਹੋਏ ਨੇ, ਤਾਂ ਮਾਵਾਂ ਦੇ ਵੀ ਜਿਗਰੇ ਜੌਨ ਡੀਰਾਂ ਤੋਂ ਘੱਟ ਨਹੀਂ ਨੇ। ਇਦਾਂ ਹੀ ਹੈ ਜੀ, ਹਾਂਜੀ ਇਦਾਂ ਹੀ ਹੈ। ਪੂਰੇ ਹੌਸਲੇ ਬੁਲੰਦ ਨੇ। ਹਾਂਜੀ ਪੂਰੇ ਬੁਲੰਦ ਨੇ, ਗੱਟ ਕੇ ਰਵਾਂਗੇ ਨਾ। ਅਸੀਂ ਉਰੇ ਤੋਂ ਜਾਂਦੇ ਹਾਂ ਜਿੰਨਾ ਚਿਰ ਸਾਡੇ ਹੱਕ ਨਹੀਂ ਦਿੰਦੇ। ਤੁਹਾਨੂੰ ਮੁੰਡਿਆਂ ਨੂੰ ਜੇ ਮਿਲਦਾ ਨਹੀਂ ਕੁਛ ਤੇ ਅਸੀਂ ਜਾਂਦੇ ਨਹੀਂ ਹੈ। ਪਰ ਤੁਹਾਡੇ ਚਿਹਰਿਆਂ ਦੇ ਉੱਤੇ ਮੁਸਕਾਨ ਕਾਇਮ ਹੈ। ਬਸ ਠੀਕ ਠਾਕ ਖਾਂਦੇ ਆ, ਪੀਂਦੇ ਆ, ਆਰਾਮ ਨਾਲ ਸੌਂਦੇ ਆ, ਕੋਈ ਟੈਨਸ਼ਨ ਨਹੀਂ ਹੈ ਸਾਨੂੰ। ਹਾਂ ਸਾਡਾ ਆਪਣਾ ਹੈ, ਸਾਰਾ ਲੰਗਰ ਹੈ। ਇਹਦੀ ਫੱਟੀ ਪੋਚ ਕੇ ਜਾਵਾਂਗੇ। ਹਾਂ ਅੱਛਾ ਜੀ, ਮਾਤਾ ਜੀ ਕੁਝ ਕਹਿ ਰਹੇ, ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਸਾਹਮਣੇ ਆ ਜਾਣ। ਮਾਤਾ ਜੀ ਕੀ ਕਹਿੰਦੇ ਤੁਸੀਂ? ਅਸੀਂ ਆਇਆਂ ਨੇ ਵੀ ਸਾਡੇ ਘਰ ਮੋਦੀ ਸਾਹਮਣੇ ਆ ਜੇ, ਫਿਰ ਜਾਂ ਅਸੀਂ ਜਾਣੀਆਂ ਜਾਂ ਮੋਦੀ ਜਾਣੇ, ਇੱਕ ਪਾਸਾ ਕਰਕੇ ਹਿੱਲਾਂਗੇ। ਉਹਨੇ ਸਾਨੂੰ ਬੁੜੀਆਂ ਨੂੰ ਬਿਰਧਾਂ ਨੂੰ ਵੀ ਰੋਲਿਆ। ਹਾਂ ਵੀ ਸਾਡਾ ਜਿਹੜਾ ਹੱਕ ਆ ਸਾਨੂੰ ਦੇਵੇ ਤੇ ਆਪਦਾ ਜਿੱਥੇ ਮਰਜੀ ਜਾਵੇ। ਅਸੀਂ ਉਹ ਤਾਂ ਕੀ ਕਰਾਉਣਾ, ਜੇ ਉਹਨੂੰ ਸਾਡੀ ਨਹੀਂ ਸ਼ਰਮ ਸਾਨੂੰ ਉਹਦੀ ਵੀ ਹੈ ਨਹੀਂ। ਉਹਨੇ ਆਪਦੀ ਤੀਵੀਂ ਛੱਡਤੀ ਤਾਂ ਸਾਨੂੰ ਉਹ ਕੀ ਬਖਸ਼ੂਗਾ, ਜਿੱਥੇ ਮਰਜੀ ਜਾਵੇ। ਸੋ ਮਾਵਾਂ ਜਿਹੜੀਆਂ ਨੇ ਉਹ ਆਪਣੇ ਜਜ਼ਬਾਤ ਬਿਆਨ ਕਰ ਰਹੀਆਂ ਨੇ। ਹਾਂਜੀ ਮਾਤਾ ਜੀ, ਆਏ ਆ ਘਰ ਚੋਂ, ਵੇਖ ਲੈ ਅੱਛਾ ਇਕੱਲੇ ਆਏ ਤੁਸੀਂ? ਸਾ ਤੋਂ ਕੱਲੇ ਮੁਰਦਾਬਾਦ। ਸੋ ਮਾਵਾਂ ਭੈਣਾਂ ਸਾਡੀਆਂ ਸੇਵਾ ਕਰਵਾ ਰਹੀਆਂ ਨੇ, ਨਗਰ ਕੀਰਤਨ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਔਰ ਸੰਗਤਾਂ ਖੜੀਆਂ ਨੇ, ਪ੍ਰਸ਼ਾਦੇ ਵੀ ਛਕ ਰਹੀਆਂ ਨੇ। ਤਾਂ ਮੈਂ ਦੀਦੀ ਤੋਂ ਗੱਲ करना चाहूँगा। नमस्कार दीदी। नमस्कार भैया। भाई खालसा फतेह। आपका नाम क्या है जी? कमला देवी। कमला देवी। आप कुंडली से ही हैं आप? हाँ जी। अच्छा मुझे ये बताइए कि कोई परेशानी तो नहीं हुई किसानों से आपको? नहीं कोई परेशानी नहीं, हमें बोला कि इनसे मदद मिली है। हाँ जी, हमें घर में बिल्कुल खाने के एक एक दाने की तरस रहे थे। यहाँ आए तब से हमारे आराम भी है, खाने के भी अपना आराम है और काम भी अपना आराम से कर रहे हैं। यहाँ कोई परेशानी नहीं है हमें। ਸੋ ਕੁੰਡਲੀ ਦੇ ਵਸਿੰਦੇ ਕਹਿ ਰਹੇ ਨੇ ਕਿ ਕੋਈ ਪਰੇਸ਼ਾਨੀ ਨਹੀਂ ਹੈ। ਦੋਸਤੋ ਪੰਜਾਬ ਤੋਂ ਤਾਂ ਸਾਡੀਆਂ ਮਾਵਾਂ ਦੇ ਹੌਸਲੇ ਬੁਲੰਦ ਹੀ ਨੇ ਔਰ ਅਸੀਂ ਅਕਸਰ ਹੀ ਵਿਖਾਉਂਦੇ ਰਹਿੰਦੇ ਹਾਂ। ਹਾਂਜੀ ਹਾਂਜੀ ਜੀ। अच्छे हैं, आदत के हैं और वैसे स्वभाव भी बहुत अच्छे हैं इनका, हर एक चीज़ से अच्छे हैं ये। तो दुआ क्या करते हैं आप कि ये हम दुआ करते हैं इनका मांग पूरी हो, अपने गांव लौट जाएंगे। अगर ये लौट गए फिर? नसीब है वीर जी, नसीब है हमारी, जो जहाँ रोटी लिखी होगी मिलेगी। क्या बात है। मैं दीदी एक बात बताऊं आपको, मैंने एक बार लिखा था पंजाबी च कहना कि मैनू पता है कि दुनिया च मेरे बारे बस बुरा ही बोलेगा तू, पर एक गल रखी याद हत्थां चों खोण वालिया, मेरे मत्थे ते लिखिया नसीब किवें खोलेगा तू। लोग खोलेंगे नसीब तो वही खोलेंगे, इंसान के बस के तो है ही नहीं। जो आपके मुकद्दर में लिखा है वो आपको मिलकर रहेगा, मिलकर ही रहेगा वो। सो हौसले बुलंद ने साड़ियां मावां भैणां दे भी ते बड़ा चंगा लग्या मिल के। बीबी जी कुछ कह रहे सीगे? हाँ जी बीबी जी। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਜਿੰਨਾ ਚਿਰ ਇੱਥੇ ਮੁੰਡੇ ਸਾਡੇ ਰਹਿੰਦੇ ਨੇ ਉਹਨਾਂ ਚਿਰ ਅਸੀਂ ਰਵਾਂਗੇ, ਮੋਰਚਾ ਜਿੱਤ ਕੇ ਜਾਵਾਂਗੇ। ਤੇ ਜੇ ਮਰਨ ਤੇ ਆਏ ਤਾਂ ਮਰਾਂਗੇ ਵੀ ਨਾਲ ਹੀ ਮੁੰਡਿਆਂ ਦੇ। ਹੈ ਮੋਦੀ ਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ, ਮੋਦੀ ਨੇ ਸਾਨੂੰ ਸੜਕਾਂ ਤੇ ਤਾਰਤਾ। ਅਸੀਂ ਫਿਰ ਮੋਦੀ ਦਾ ਸ਼ੁਕਰਾਨਾ ਨਾ ਕਰਦੇ ਤਾਂ ਮਰਨਾ ਹੀ ਸਮਝਾਂਗੇ। ਤੁਸੀਂ ਮਰਨ ਦੀ ਗੱਲ ਕਰ ਰਹੇ ਹੋ ਪਰ ਤੁਹਾਡੇ ਚਿਹਰੇ ਤੇ ਮੁਸਕਾਨ ਹੈ। ਹਾਂ ਮੁਸਕਾਨ ਆ, ਕੈਸੀ ਮੁਸਕਾਨ ਆ ਸਾਡੇ ਚਿਹਰੇ ਤੇ। ਮਰਨ ਤੋਂ ਡਰ ਨਹੀਂ ਲੱਗਦਾ? ਮਰਨ ਤੋਂ ਨਹੀਂ ਡਰ ਲੱਗਦਾ, ਅਸੀਂ ਹੱਥ ਕੇ ਮਰਾਂਗੇ। ਸਾਡੇ ਬਹਾਦਰ ਮਰੇ ਨੇ ਜਦੋਂ ਅੱਗੇ ਭਗਤ ਸਿੰਘ ਵਰਗੇ। ਹੈ ਬਿਲਕੁਲ ਜੀ, ਹੱਸ ਕੇ ਉਹਨਾਂ ਨੇ ਫਾਂਸੀ ਦੀਆਂ ਰੱਸੀਆਂ ਨੂੰ ਐਵੇਂ ਚੁੰਮ ਲਿਆ ਜਿਵੇਂ ਕੋਈ ਰੇਸ਼ਮ ਦੀਆਂ ਰੱਸੀਆਂ ਹੁੰਦੀਆਂ। ਸਾਡੇ ਪੁੱਤ ਹੀ ਸੀ, ਉਹ ਵੀ ਪਿੰਡਾਂ ਦੇ ਪੁੱਤ ਸੀਗੇ। ਅਸੀਂ ਵੀ ਉਵੇਂ ਮਰਨਾ ਚਾਹੁੰਦੇ ਆ, ਸਾਡੇ ਬੱਚਿਆਂ ਨੂੰ ਪੁੱਤ ਸੀਗੇ ਨਹੀਂ ਕਰਨਾ ਚਾਹੁੰਦੇ। ਠੀਕ ਹੈ ਠੀਕ ਹੈ, ਉਹ ਤੁਹਾਡੇ ਪੁੱਤ ਸੀਗੇ ਤੇ ਤੁਸੀਂ ਉਹਨਾਂ ਦੀ ਮਾਵਾਂ ਹੈਗੀਆਂ। ਹਾਂ ਜਮਾ ਹੁਣ ਮੋਦੀ ਨੇ ਮੰਨਣਾ ਤਾਂ ਮੰਨ ਜੇ, ਨਹੀਂ ਉਹਦੀ ਮਰਜ਼ੀ ਨੇ ਦਿੱਲੀ ਲੰਘਾਂਗੇ, ਪਾਰ ਕਰਾਂਗੇ ਨਾਲ ਹੀ ਮੁੰਡਿਆਂ ਦੇ। करके मरेंगे तो मरना ही है, कुछ करके ही मरेंगे। ਜਿਹੜੇ ਸਾਡੇ ਬੱਚੇ ਸ਼ਹੀਦ ਹੋਏ ਨੇ, ਮੁੰਡੇ ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਹੀਦੀ ਵਿਅਰਥ ਨਹੀਂ ਅਸੀਂ ਜਾਣ ਦੇਵਾਂਗੇ। ਸਾਡਾ ਵੀ ਇੱਥੇ ਕੀ ਜ਼ਿੰਦਗੀ ਆ ਮਾਂ ਦੀ ਬੱਚਿਆਂ ਤੋਂ ਬਿਨਾਂ। ਜਿਹਦੇ ਬੱਚੇ ਸ਼ਹੀਦ ਹੋ ਗਏ ਮਾਂ ਨੂੰ ਪੁੱਛ ਕੇ ਦੇਖੋ, ਅੱਜ ਜਿਹਦਾ ਕੱਲਾ ਪੁੱਤ ਸ਼ਹੀਦ ਹੋ ਗਿਆ ਤੇ ਮਾਂ ਦਾ ਜਿਗਰਾ ਪੁੱਛ ਕੇ ਦੇਖੋ। ਓਏ ਮੋਦੀ ਦਾ ਕੀ ਹੈ ਤੇ ਕੋਈ ਰੰਨ ਨਹੀਂ ਕੰਨ ਨਹੀਂ, ਇਹਨੂੰ ਕੀ ਪਤਾ ਬੱਚਿਆਂ ਦਾ ਕੀ ਦੁੱਖ ਹੁੰਦਾ। ਅਸੀਂ ਬੱਚਿਆਂ ਦੇ ਆਪਦੇ ਸ਼ਹੀਦੀ ਅਜਾਈ ਨਹੀਂ ਜਾਣ ਦੇਵਾਂਗੇ, ਚਾਹੇ ਸਾਨੂੰ ਛਾਤੀ 'ਚ ਗੋਲੀਆਂ ਖਾਣੀਆਂ ਪੈਣ, ਅਸੀਂ ਉਹ ਵੀ ਖਾਵਾਂਗੇ। ਅਸੀਂ ਕੋਈ ਨਹੀਂ ਘਬਰਾਉਂਦੇ, ਅਸੀਂ ਖਾਲਸੇ ਦੀਆਂ ਧੀਆਂ।
ਮਾਤਾ ਸਾਹਿਬ ਕੌਰ ਦੀਆਂ ਧੀਆਂ, ਅਸੀਂ ਡਰ ਕੇ ਨਹੀਂ ਇੱਥੋਂ ਭੱਜਣ ਵਾਲੀਆਂ। ਸਾਡਾ ਮੋਰਚਾ ਚੜ੍ਹਦੀ ਕਲਾ 'ਚ ਹੈ, ਚੜ੍ਹਦੀ ਕਲਾ 'ਚ ਸੀ, ਚੜ੍ਹਦੀ ਕਲਾ 'ਚ ਹੀ ਰਹੂਗਾ, ਜਿੱਤ ਕੇ ਜਾਵਾਂਗੇ। ਕੀ ਬਾਤ ਹੈ ਜੀ, ਕੀ ਬਾਤ ਹੈ ਦੋਸਤੋ। ਕਹਿੰਦੇ ਵੀ ਹੁੰਦੇ ਆ ਕਿ ਭਾਵੇਂ ਅਸੀਂ ਕਿਸੇ ਪੌਦੇ ਤੋਂ ਨਾ ਇੱਕ ਪੱਤਾ ਵੀ ਤੋੜੀਏ ਉਹ ਤੇ ਵੀ ਦੁੱਧ ਰਿਸਣ ਲੱਗਦਾ, ਫਿਰ ਅਸੀਂ ਤਾਂ ਇਨਸਾਨ ਆ, ਸਾਡੇ ਅੰਦਰ ਵੀ ਜਜ਼ਬਾਤ ਹੁੰਦੇ ਨੇ। ਮਾਤਾ ਜੀ ਭਾਵੁਕ ਹੋ ਗਏ ਸੀਗੇ, ਕਹਿੰਦੇ ਅਸੀਂ ਅਜਾਈਂ ਨਹੀਂ ਜਾਣ ਦਿਆਂਗੇ ਸਾਡੇ ਪੁੱਤਾਂ ਦੀ ਕੁਰਬਾਨੀਆਂ ਨੂੰ। ਮਾਤਾ ਜੀ ਬਿਲਕੁਲ ਸੱਚ ਹੈ, ਮਾਤਾ ਜੀ ਥੋੜੇ ਭਾਵੁਕ ਵੀ ਹੋ ਗਏ ਆ, ਇਹ ਬਿਲਕੁਲ ਸੱਚ ਹੈ ਦੋਸਤੋ। ਜਿਹੜੀ ਮਾਂ ਦਾ ਕੱਲਾ ਕੱਲਾ ਪੁੱਤ ਸ਼ਹੀਦ ਹੋ ਗਿਆ, ਉਹ ਮਾਂ ਨੂੰ ਪੁੱਛ ਕੇ ਦੇਖੋ ਉਹਦਾ ਜਿਗਰਾ, ਉਹ ਕੀ ਕਹਿੰਦੀ ਆ, ਉਹਦਾ ਦਿਲ ਕੀ ਕਹਿੰਦਾ। ਉਹਦੀ ਤਾਂ ਸਾਰੀ ਦੁਨੀਆ ਅੱਜ ਉੱਜੜ ਗਈ ਨਾ। ਮੋਦੀ ਨੂੰ ਕੀ ਪਤਾ ਇਹਦੇ ਬੱਚੇ ਹੋਣ ਤਾਂ ਇਹਦੇ ਬੋਦੀ ਪੱਟਣੇ ਨੂੰ ਪਤਾ ਲੱਗੇ ਬੱਚਿਆਂ ਦਾ ਦੁੱਖ ਕੀ ਹੁੰਦਾ। ਇਹ ਕੱਲਾ ਇਨਸਾਨ ਹੈ, ਇਹਨੂੰ ਤਾਂ ਕੋਈ ਪਤਾ ਨਹੀਂ। ਇਹ ਸਾਡੀ ਗਲਤੀ ਹੈ ਜਿਹੜੀ ਅਸੀਂ ਉਹਨੂੰ ਵੋਟਾਂ ਪਾ ਕੇ ਬਣਾਇਆ ਤੇ ਅੱਜ ਅਸੀਂ ਸੜਕਾਂ ਤੇ ਬੈਠੇ ਹਾਂ। ਕਿਆ ਵੇਚਣੇ ਇਹਨੂੰ। ਕੀ ਬਾਤ ਹੈ ਜੀ ਦੋਸਤੋ। ਕਈ ਵਾਰੀ ਤਾਂ ਅਸੀਂ ਵੀ ਲਾਜਵਾਬ ਹੋ ਜਾਂਦੇ, ਸਾਡੇ ਕੋਲ ਸ਼ਬਦ ਨਹੀਂ ਰਹਿੰਦੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਗੱਲ ਵੀ ਕਰੀਏ। ਬਿਲਕੁਲ ਇਹ ਭਾਵੁਕ ਕਰਨ ਵਾਲੀ ਗੱਲ ਹੈਗੀ ਹੈ ਕਿ ਅਸੀਂ ਗੱਲਾਂ ਬਾਤਾਂ ਤਾਂ ਕਰੀ ਜਾਂਦੇ ਹਾਂ, ਪਰ ਅਸੀਂ ਜੇ ਮਹਿਸੂਸ ਕਰਕੇ ਵੇਖੀਏ ਇੰਨਾ ਸੰਵੇਦਨਸ਼ੀਲ ਮਸਲਾ ਹੈਗਾ। ਪਰ ਸੰਵੇਦਨਾ ਯਾਨੀ ਕਿ ਦੂਜੇ ਨੂੰ ਜੋ ਵੇਦਨਾ ਹੈ, ਦੂਜੇ ਦਾ ਦੁੱਖ ਹੈ, ਉਹ ਆਪਣੇ ਆਪ ਦੇ ਉੱਤੇ ਜੇ ਅਸੀਂ ਮਹਿਸੂਸ ਕਰਕੇ ਵੇਖੀਏ ਫਿਰ ਪਤਾ ਲੱਗਦਾ। ਸੌਖਾ ਨਹੀਂ ਹੁੰਦਾ। ਮਾਵਾਂ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਪੁੱਤ ਜਿਹੜਾ ਹੈ ਪਾਲਿਆ ਹੁੰਦਾ। ਇੱਕ ਦਿਨ ਪਹਿਲਾਂ ਅੱਖਾਂ ਦੇ ਸਾਹਮਣੇ ਸਾਡੇ ਉਹ ਸ਼ਖਸ ਹੁੰਦਾ ਏ ਤੇ ਇੱਕ ਦਿਨ ਬਾਅਦ ਅਸੀਂ ਉਹਨਾਂ ਨੂੰ ਸੀਵਿਆਂ ਦੇ ਵਿੱਚ ਜਾ ਕੇ ਸਾੜ ਰਹੇ ਹੁੰਦੇ ਆ। ਉਹਦੀ ਸਵਾਹ ਬਣ ਜਾਂਦੀ ਹੈ, ਪਤਾ ਨਹੀਂ ਉਹ ਕਿੱਥੇ ਚਲਾ ਜਾਂਦਾ ਉਹ ਇਨਸਾਨ। ਸੌਖਾ ਨਹੀਂ ਹੁੰਦਾ। ਇਹ ਸਭ ਜਰਨਾ ਹਿਰਦੇ ਦੇ ਉੱਤੇ, ਆਪਣੇ ਸਰੀਰਾਂ ਦੇ ਉੱਤੇ, ਆਪਣੇ ਪਿੰਡੇ ਦੇ ਉੱਤੇ ਜਿਨ੍ਹਾਂ ਨੇ ਦੁੱਖ ਹੰਢਾਏ ਨੇ ਉਹੀ ਜਾਣਦੇ ਨੇ। ਜਿਸ ਤਨ ਲੱਗ ਗਿਆ ਸੋ ਤਨ ਜਾਣੇ। ਸੋ ਮਾਂ ਜੀ ਦੱਸ ਰਹੇ ਨੇ ਕਿ ਜਿਹੜੀ ਕੁਰਬਾਨੀ ਆ ਉਹ ਵਿਅਰਥ ਨਹੀਂ ਜਾਊਗੀ। ਬਾਕੀ ਦੋਸਤੋ ਵਿਅਰਥ ਜਾਣੀ ਵੀ ਨਹੀਂ ਚਾਹੀਦੀ। ਜਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੇ ਸਾਥ ਦਿੱਤਾ ਹੈਗਾ ਉਹ ਵਿਅਰਥ ਜਾਣੀ ਵੀ ਨਹੀਂ ਚਾਹੀਦੀ। ਸੋ ਹਾਂਜੀ ਹਾਂ ਕਿ ਤੁਸੀਂ ਆਏ ਹੋ ਬਾਹਰੋਂ ਜੀ ਕਿ ਅਸੀਂ ਚੋਟੀਆਂ ਤੋਂ ਆ, ਚੋਟੀਆਂ ਹੈ ਬਠਿੰਡਾ ਜ਼ਿਲ੍ਹਾ। ਤੁਹਾਡਾ ਜੀ ਤੇ ਪੁੱਛ ਖਾਤਰ ਹੋਈ ਆ ਸ਼ੱਕ ਆ ਕੋਈ? ਨਹੀਂ ਸ਼ੱਕ ਨਹੀਂ ਰਹੀ ਕੋਈ ਵੀ। ਭਲਾ ਮੈਂ ਆਖਦੀ ਵੇ ਮੋਦੀ ਪਾਲਾ ਕਾਲਾ ਕੋਟ, ਭਲਾ ਮੈਂ ਆਖਦੀ ਵੇ ਮੋਦੀ ਪਾਲਾ ਕਾਲਾ ਕੋਟ, ਤੇਰੇ ਆਰ ਕੱਢਾਂ ਤੇਰੇ ਪਾਰ ਕੱਢਾਂ ਤੇਰੇ ਕੱਢਦਿਆਂ ਸਾਰੇ ਖੋਟ, ਭਲਾ ਮੈਂ ਆਖਦੀ ਵੇ ਮੋਦੀ ਪਾਲਾ ਕਾਲਾ ਕੋਟ। ਕਾਲਾ ਕੋਟ ਪਾਉਣ ਨੂੰ ਕਹਿੰਦੇ। ਵੈਸੇ ਦੋਸਤੋ ਅਸੀਂ ਬਹੁਤ ਭਾਵੁਕ ਹੋਏ ਸੀਗੇ, ਇੱਕਦਮ ਭਾਵੁਕਤਾ ਤੋਂ ਨਿਕਲ ਕੇ, ਕਿਉਂਕਿ ਮਾਤਾ ਜੀ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਸੀਗੀ। ਦੋਸਤੋ ਹੱਸਦੇ ਨੂੰ ਰੋਕਣਾ ਸੌਖਾ ਹੁੰਦਾ, ਪਰ ਇੱਕ ਰੋਂਦੇ ਨੂੰ ਦੁਬਾਰਾ ਹਸਾਉਣਾ ਬੜਾ ਔਖਾ ਹੁੰਦਾ, ਕਿਉਂਕਿ ਜਿਹੜਾ ਰੋਣ ਹੈਗਾ ਉਹ ਬੜੇ ਗਹਿਰਾਈ ਤੋਂ ਨਿਕਲਦਾ ਹੁੰਦਾ। ਮਾਤਾ ਜੀ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਸੀ, ਮੇਰਾ ਹਾਲੇ ਵੀ ਉਹ ਹਿਰਦਾ ਜਿਹੜਾ ਜਜ਼ਬਾਤ ਉਸੇ ਤਰੀਕੇ ਦੇ ਬਣੇ ਹੋਏ ਆ। ਮਾਤਾ ਜੀ ਨੇ ਕੁਝ ਕਿਹਾ, ਮੈਂ ਚਾਹੁੰਦਾ ਸੀਗਾ ਪਰ ਹੋਰ ਗੱਲ ਕਰਾਂ, ਪਰ ਥੋੜਾ ਜਿਹਾ ਮਾਹੌਲ ਜਿਹੜਾ ਮੇਰਾ ਹੈਗਾ ਗਮਗੀਨ ਜਿਹਾ ਬਣਿਆ ਹੋਇਆ ਕਿ ਮਾਤਾ ਜੀ ਭਾਵੁਕ ਹੋ ਗਏ ਸੀਗੇ, ਕਿਉਂਕਿ ਸਾਡੇ ਪੁੱਤਾਂ ਦੀ ਕਹਿੰਦੇ ਅਸੀਂ ਕੁਰਬਾਨੀ ਅਜਾਈਂ ਨਹੀਂ ਜਾਣ ਦਿਆਂਗੇ। ਤੋ ਤੁਸੀਂ ਇਹ ਕਹਿ ਰਹੇ ਹੋ ਕਾਲਾ ਕੋਟ ਪਾਲਾ, ਇਹ ਤੁਸੀਂ ਕਿਸ ਲਹਿਜੇ ਦੇ ਵਿੱਚ ਕਹਿ ਰਹੇ ਹੋ? ਤਾਂ ਪਹਿਲਾਂ ਹੀ ਕਾਲਾ ਕੋਟ ਪਾਈ ਫਿਰਦੇ ਆ। ਪਾਰ ਕੱਢੂ ਤੇਰੇ ਪਾਰ ਕੱਢੂ ਤੇਰੇ ਕੱਢ ਦੂੰ ਸਾਰੇ ਖੋਟ, ਭਲਾ ਮੈਂ ਆਖਦੀ ਵੇ ਹੈ ਕਿ ਨਹੀਂ। ਸਾਰੇ ਕੋਟ ਕੱਢ ਦੇਣੇ ਆ, ਕੱਢ ਦੇਣੇ ਆਪਾਂ ਉਹਦੇ ਸਾਰੇ, ਮੋਦੀ ਦੇ ਸਾਰੇ ਕੋਟ ਕੱਢ ਕੇ ਜਾਵਾਂਗੇ। ਹਾਂਜੀ ਦੋਸਤੋ ਦੇਖੋ ਇਹ ਵੀ ਇਹਦੇ ਵਿੱਚ ਵੀ ਇੱਕ ਹੋਰ ਪਹਿਲੂ ਹੈਗਾ। ਇਹ ਮੋਦੀ ਨੂੰ ਮਾੜਾ ਨਹੀਂ ਕਹਿ ਰਹੇ, ਇਹ ਕਹਿ ਰਹੇ ਆ ਕਿ ਮੋਦੀ ਦੇ ਖੋਟ ਕੱਢ ਦੇਣੇ ਆ। ਹਾਂ ਕੋਟ ਕੱਢ ਦੇਣੇ ਆ। ਵੀ ਇਨਸਾਨ ਮਾੜਾ ਨਹੀਂ ਹੁੰਦਾ, ਪਰ ਉਹਦੇ ਜਿਹੜੇ ਕਰਮ ਆ ਉਹ ਮਾੜੇ ਹੋ ਜਾਂਦੇ ਆ। ਮਾੜੇ ਹੋ ਜਾਂਦੇ ਆ ਜੀ, ਖੋਟ ਮਾੜੇ ਹੋ ਜਾਂਦੇ ਨੇ। ਆਪਾਂ ਨੂੰ ਤਪਾਈ ਜਾਂਦਾ ਨਾ ਹੁਣ, ਹੈ ਕਿ ਨਹੀਂ। ਆਪਣੀਆਂ ਜ਼ਮੀਨਾਂ ਖੋ ਰਿਹਾ ਹੈਗਾ ਤੇ ਹੁਣ ਅਸੀਂ ਤਾਈਓ ਆਪਾਂ ਇੱਥੇ ਬੈਠਿਆ ਨਹੀਂ, ਆਪਾਂ ਨੂੰ ਕੀ ਲੈਣ ਦੇ ਆਉਣਾ ਸੀ। ਘਰ ਛੱਡੀ ਬੈਠੇ ਆ ਇੰਨੇ ਦਿਨਾਂ ਦੇ ਪੁੱਤ। ਅਸੀਂ ਕੋਈ ਸਾਡਾ ਵੀ ਸਮਾਂ ਤੁਹਾਡੇ ਨਾਲ ਹੀ ਆ, ਹੋਵੇ ਗੱਲਬਾਤ, ਪਰ ਇਹ ਮੋਦੀ ਦਾ ਆਪਣੀਆਂ ਜ਼ਮੀਨਾਂ ਆਪਾਂ ਆਪ ਰੋਕ ਲਈਏ। ਸੋ ਇਸ ਵਕਤ ਜਿੱਥੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਅਸੀਂ ਭਗਤ ਰਵਿਦਾਸ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉੱਥੇ ਵੱਖ-ਵੱਖ ਸੰਗਤਾਂ ਜਿਹੜੀਆਂ ਨੇ ਆਪਣੇ ਜਜ਼ਬਾਤ ਨਾਲ ਲੈ ਕੇ ਪਹੁੰਚੀਆਂ ਹੋਈਆਂ ਨੇ। ਅੱਜ ਬਾਬਾ ਸੰਗਤ ਸਿੰਘ ਜੀ ਦਾ ਵੀ ਪੁਰਬ ਮਨਾਇਆ ਜਾ ਰਿਹਾ, ਉਹਨਾਂ ਦਾ ਵੀ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਦਿੱਲੀ ਦੇ ਬਾਰਡਰਾਂ ਦੇ ਉੱਤੇ। ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਟੀਚਰ ਸਾਹਿਬਾਨ ਵੀ ਪਹੁੰਚੇ ਹੋਏ ਨੇ। ਬਾਈ ਤੋਂ ਗੱਲ ਕਰਦੇ ਹਾਂ। ਅਸਲ ਦੇ ਵਿੱਚ ਜੀ ਨਗਰ ਕੀਰਤਨ ਚੱਲ ਰਿਹਾ ਸੀਗਾ ਤੇ ਬਾਈ ਹੋਰੀ ਸਾਰੇ ਬੱਸ ਦੇ ਵਿੱਚ ਮੌਜੂਦ ਸੀਗੇ, ਹੱਥਾਂ ਦੇ ਵਿੱਚ ਬੋਤਲਾਂ ਚੱਕੀਆਂ ਹੋਈਆਂ ਸੀਗੀਆਂ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਅਸੀਂ ਸਾਰੇ ਟੀਚਰ ਹਾਂ। ਬਾਈ ਜੀ ਕਿਹੜੇ ਕਨਵੈਂਟ ਸਕੂਲ ਤੋਂ ਟੀਚਰ ਹੈਗੇ ਹੋ, ਕਿਹੜੀ ਜਗ੍ਹਾ ਤੋਂ? ਅਸੀਂ ਸੈਕਰਡ ਹਾਰਟ ਕਨਵੈਂਟ ਸਕੂਲ ਜਗਰਾਉਂ ਤੋਂ ਟੀਚਰਸ ਆਏ ਆ ਸਾਰੇ, ਤੇ ਅਸੀਂ ਪਹਿਲਾਂ ਵੀ ਆ ਕੇ ਗਏ ਆ ਜੀ। ਸਾਨੂੰ ਇਹ ਸੀਗਾ ਕਿ ਹੁਣ ਜਿਵੇਂ ਗਰਮੀ ਆ ਰਹੀ ਆ ਤੇ ਜਿਹੜੀਆਂ ਸਾਡੀਆਂ ਸੰਗਤਾਂ ਇੱਥੇ ਬੈਠੀਆਂ ਨੇ ਧਰਨੇ ਦੇ ਉੱਤੇ, ਲਗਾਤਾਰ ਧਰਨਾ ਜਾਰੀ ਆ।
ਜਿਹੜੇ 3 ਕਾਲੇ ਕਾਨੂੰਨ ਬਣਾਏ ਆ ਮੋਦੀ ਸਰਕਾਰ ਨੇ, ਉਹਨਾਂ ਦੇ ਬਰਖਲਾਫ ਅਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ ਜੀ। ਆਪਣੇ ਮੈਨੂੰ ਇਹ ਦੱਸੋ, ਕੁਝ ਮੀਡੀਆ ਚੈਨਲ ਤਾਂ ਵਿਖਾ ਰਹੇ ਆ ਕਿ ਇੱਥੋਂ ਤਾਂ ਲੋਕੀ ਚਲੇ ਗਏ, ਤੁਸੀਂ ਪਾਣੀ ਲੈ ਕੇ ਆ ਰਹੇ ਹੋ। ਪਾਣੀ ਕਿਹਨਾਂ ਵਾਸਤੇ ਲੈ ਕੇ ਆ ਰਹੇ ਹੋ? ਨਹੀਂ ਜੀ, ਇੱਥੇ ਜੇ ਆਪਾਂ ਪ੍ਰੋਪਰ ਝਾਤ ਮਾਰੀਏ ਤਾਂ ਬਹੁਤ ਜਾਣੇ ਇੱਥੇ ਬੈਠੇ ਆ, ਬਹੁਤ ਸੰਗਤ ਬੈਠੀ ਆ ਜਿਹੜੀ ਧਰਨੇ ਦੇ ਉੱਤੇ। ਘੱਟੋ ਘੱਟ ਜਿਹੜਾ ਸਿੰਘੂ ਬਾਰਡਰ ਆ ਉਹ ਸਾਡੇ ਮੁਤਾਬਕ 13 ਤੋਂ 14 ਕਿਲੋਮੀਟਰ ਜਿਹੜਾ ਉਹ ਅਜੇ ਵੀ ਸੰਘਰਸ਼ ਜਿਹੜਾ ਉੱਥੇ ਲੋਕ ਜਿਹੜੇ ਟਰਾਲੀਆਂ ਟਰੈਕਟਰਾਂ 'ਤੇ ਬੈਠੇ ਹੋਏ ਆ ਜੀ। ਬਿਲਕੁਲ ਅਸੀਂ ਵੇਖ ਵੀ ਰਹੇ ਹਾਂ ਦੋਸਤੋ ਕਿਸ ਤਰੀਕੇ ਨਾਲ ਹਲੇ ਹੁਣੇ ਅਸੀਂ ਤੁਹਾਨੂੰ ਗੱਲ ਕਰਾ ਕੇ ਹਟੇ ਹਾਂ ਮਾਵਾਂ ਦੇ ਨਾਲ। ਉਸੇ ਲੰਗਰ ਦੇ ਵਿੱਚ ਅਸੀਂ ਮੌਜੂਦ ਹਾਂ, ਅਸੀਂ ਨਿਕਲਣ ਲੱਗੇ ਸੀਗੇ ਤਾਂ ਬਾਈ ਹੋਰੀ ਆ ਗਏ, ਤਾਂ ਮੈਂ ਕਿਹਾ ਬਾਈ ਹੋਰਾਂ ਨਾਲ ਵੀ ਮੁਲਾਕਾਤ ਕਰਵਾਉਣੀ ਜ਼ਰੂਰੀ ਹੈਗੀ ਆ। ਕਿਹਾ ਜਾ ਰਿਹਾ ਸੀਗਾ ਕਿ ਲੋਕੀ ਇੱਥੇ ਜਿਹੜੇ ਆ ਰਹੇ ਨੇ ਉਹ ਵਰਗਲਾਏ ਹੋਏ ਨੇ। ਤੁਸੀਂ ਟੀਚਰ ਹੈਗੇ ਹੋ, ਮੈਨੂੰ ਐਂ ਦੱਸੋ ਵੀ ਤੁਹਾਨੂੰ ਕਿਸੇ ਤੁਹਾਡੇ ਪ੍ਰਿੰਸੀਪਲ ਨੇ ਵਰਗਲਾਇਆ? ਨਹੀਂ ਜੀ, ਸਾਨੂੰ ਕਿਸੇ ਨੇ ਨਹੀਂ ਵਰਗ ਲਾਇਆ। ਅਸੀਂ ਇੱਥੇ ਆਉਣ ਤੇ ਸਾਡੀ ਪ੍ਰਿੰਸੀਪਲ ਨੇ ਬਹੁਤ ਵਧਾਈਆਂ ਦਿੱਤੀ। ਉਹਨਾਂ ਨੇ ਕਿਹਾ ਬਹੁਤ ਚੰਗਾ ਕੰਮ ਕਰ ਰਹੇ ਹੋ, ਕਰੀ ਜਾਓ, ਸਾਡੇ ਵੱਲੋਂ ਵੀ ਤੁਹਾਨੂੰ ਪੂਰੀ ਸਪੋਰਟ ਆ। ਤੇ ਮੋਦੀ ਜੀ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ, ਨੋ ਫਾਰਮਰ ਨੋ ਫੂਡ ਨੋ ਇੰਡੀਆ। ਇਹ ਗੱਲ ਯਾਦ ਰੱਖਣ, ਅਗਰ ਫਾਰਮਰ ਨਹੀਂ ਹੈ ਤਾਂ ਇੰਡੀਆ ਵੀ ਨਹੀਂ ਆ। ਕਿਉਂਕਿ ਅਸੀਂ ਇੱਕ ਪੜ੍ਹੀ ਲਿਖੀ ਜਮਾਤ ਆ, ਸਾਨੂੰ ਪਤਾ ਵਾ ਕਿ ਜਿਹੜੇ ਕਾਨੂੰਨ ਆ ਅਸੀਂ ਚੰਗੀ ਤਰ੍ਹਾਂ ਨੇੜਿਓਂ ਹੋ ਕੇ ਵੇਖੇ ਆ। ਅਸੀਂ ਇਹਨਾਂ ਨੂੰ ਪੜ੍ਹਿਆ, ਬਾਰ-ਬਾਰ ਪੜ੍ਹ ਕੇ ਅਸੀਂ ਵੀ ਇਹ ਚੀਜ਼ ਨੂੰ ਪਹਿਲਾਂ ਆਪਣੇ ਆਪ 'ਚ ਮਨ 'ਚ ਬਿਠਾਇਆ ਕਿ ਠੀਕ ਆ, ਕਿਤੇ ਕੋਈ ਗਲਤ ਲਾਈਨ ਤਾਂ ਨਹੀਂ ਜਾਂ ਕੋਈ ਗਲਤ ਗਾਈਡੈਂਸ ਨਹੀਂ ਹੋ ਰਹੀ। ਪਰ ਨਹੀਂ, ਬਿਲਕੁਲ ਮੋਦੀ ਸਰਕਾਰ ਦੇ ਕਾਨੂੰਨ ਜਿਹੜੇ ਆ ਉਹ ਖੇਤੀ ਦੇ ਵਿਰੋਧ 'ਚ ਨੇ, ਕਿਸਾਨਾਂ ਦੇ ਵਿਰੋਧ 'ਚ ਨੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿਰੋਧ 'ਚ ਨੇ। ਠੀਕ ਹੈ ਜੀ, ਇਸ ਕਰਕੇ ਅਸੀਂ ਜਿਹੜਾ ਇਹਨੂੰ ਪੂਰੀ ਸਪੋਰਟ ਕਰਦੇ ਆ। ਅਸੀਂ ਕਿਸਾਨਾਂ ਦੇ ਨਾਲ ਆ, ਜਿਹੜਾ ਹਰੇਕ ਵਰਗ ਹੀ ਕਿਸਾਨਾਂ ਦੇ ਨਾਲ ਖੜਾ ਅੱਜ ਦੀ ਡੇਟ 'ਚ। ਠੀਕ ਆ, ਇਹ ਭਾਵੇਂ ਇਹਨਾਂ ਦਾ ਜਿਹੜਾ ਗੋਦੀ ਮੀਡੀਆ ਜਾਂ ਕੋਈ ਵੀ ਆ ਜਿੰਨਾ ਮਰਜ਼ੀ ਝੂਠ ਬੋਲੀ ਜਾਣ ਕਿ ਇੱਥੇ ਲੋਕ ਜਿਹੜੇ ਆ ਗਿਣਤੀ 'ਚ ਘਟ ਗਏ ਆ ਜਾਂ ਕੁਝ ਵੀ ਆ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਗੀ। ਬਿਲਕੁਲ ਲੋਕਾਂ ਦੀ ਸਪੋਰਟ ਹੈ। ਅੱਜ ਹਰਿਆਣੇ ਤੋਂ ਬੀਬੀਆਂ ਆਈਆਂ ਤਾਂ ਅਸੀਂ ਦੇਖ ਰਹੇ ਸੀ, ਉਹ ਆਪਣੇ ਪਨੀਰ ਵਾਲੇ ਪਕੌੜੇ ਤੇ ਸਾਰਾ ਇੱਥੇ ਵੰਡ ਕੇ ਗਏ ਆ ਤੇ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ। ਹਰਿਆਣਾ, ਯੂਪੀ, ਪੰਜਾਬ ਤੇ ਹੋਰ ਜਿਹੜੀਆਂ ਸਟੇਟਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ। ਇਹ ਕਹਿ ਰਹੇ ਆ, ਮੋਦੀ ਤੋਮਰ ਹੋਣਾ ਦਾ ਬਾਰ-ਬਾਰ ਬਿਆਨ ਆ ਰਿਹਾ ਕਿ ਇਹ ਇੱਕ ਦੇਸ਼ ਦੇ ਇੱਕ ਕੋਨੇ ਦੇ ਲੋਕ ਨੇ। ਇਹ ਕੋਈ ਇੱਕ ਸਾਈਡ ਦੇ ਜਾਂ ਇੱਕ ਕੋਨੇ ਦੇ ਲੋਕ ਨਹੀਂਗੇ, ਇਹ ਸਾਰੇ ਇੰਡੀਆ ਦੇ ਆ। ਆਉਣ ਵਾਲੀਆਂ ਜਿਵੇਂ ਜਿਵੇਂ ਚੋਣਾਂ ਆਉਣਗੀਆਂ, ਇਹਨਾਂ ਨੂੰ ਜਦੋਂ ਮੂੰਹ ਦੀ ਖਾਣੀ ਪਊਗੀ ਤਾਂ ਇਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਲੋਕ ਜਿਹੜੇ ਆ ਇਹ ਸਹੀ ਨਹੀਂ ਜਾਂ ਇਹ ਵਰਗਲਾਏ ਹੋਏ ਨੇ। ਠੀਕ ਹੈ, ਗੱਲ ਹੋਰ ਕਹਿਣਾ ਚਾਹੁੰਦੇ ਆ, ਸਾਰੇ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਇੱਥੇ ਪ੍ਰੋਟੈਸਟ ਚੱਲ ਰਿਹਾ ਉਹ ਬਹੁਤ ਹੀ ਪੀਸਫੁਲ ਚੱਲ ਰਿਹਾ ਜੀ, ਸ਼ਾਂਤੀ ਨਾਲ ਚੱਲ ਰਿਹਾ ਤੇ ਇਹ ਐਵੇਂ ਹੀ ਚੱਲੂਗਾ। ਤੇ ਅਸੀਂ ਅਕਾਲ ਚੈਨਲ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜਾ ਸਾਡਾ ਮੈਸੇਜ ਜੇ ਕਨਵੇ ਕੀਤਾ ਜਾਵੇ ਤੇ ਲੋਕ ਵੱਧ ਤੋਂ ਵੱਧ ਇੱਥੇ ਆਣ। ਤੇ ਧੰਨਵਾਦ, ਤੁਸੀਂ ਛੇਤੀ ਕਰਤਾ। ਮੈਂ ਹਲੇ ਇੰਨੀ ਛੇਤੀ ਕਰਨਾ ਨਹੀਂ ਸੀਗਾ। ਮੈਂ ਬਾਈ ਜੀ ਦਾ ਡੋਲਾ ਵੇਖ ਰਿਹਾ ਸੀਗਾ, ਲੱਗਦਾ ਜਿਮ ਜਾਣ ਦੀ ਲੋੜ ਨਹੀਂ ਪੈਣੀ ਕਿ ਬੋਤਲਾਂ ਲੱਗਦਾ ਬੱਸ 'ਚ ਵੀ ਚੱਕਦੇ ਰਹੇ ਹੋ ਇਦਾਂ ਹੀ ਹੈ। ਨਹੀਂ ਹੁਣੇ ਕਰ ਰਹੇ ਸੀਗੇ ਇਦਾਂ ਡੋਲੇ ਵੇਖ ਰਹੇ ਸੀਗੇ ਆਪਣੇ। ਹਾਂਜੀ, ਵੈਸੇ ਹੀ ਚਲੋ ਉਦਾਂ ਹੀ ਹੋ ਜਾਂਦਾ। ਵੈਸੇ ਮੈਂ ਟੀਚਰ ਵੀ ਹਾਂ ਤੇ ਮੈਂ ਪ੍ਰੋਫੈਸ਼ਨਲ ਬੋਡੀ ਬਿਲਡਰ ਵੀ ਹਾਂ। 2020 ਦੇ ਵਿੱਚ ਮੈਂ ਮਿਸਟਰ ਪੰਜਾਬ ਫਸਟ ਕੰਪੀਟੀਸ਼ਨ ਜਿੱਤਿਆ ਸੀਗਾ ਆਪਣਾ। ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ। ਵੈਸੇ ਹੁਣ ਜੀ ਕਹਿਣ ਨੂੰ ਜੀ ਨਹੀਂ ਕਰਦਾ, ਪਹਿਲਾਂ ਰਿਸਪੈਕਟਫੁਲੀ ਮੋਦੀ ਜੀ ਕਹਿੰਦੇ ਸੀਗੇ ਤੇ ਪਰ ਹੁਣ ਮੋਦੀ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਵੀ ਜਿਹੜੇ 3 ਕਾਲੇ ਕਾਨੂੰਨ ਬਣਾਏ ਆ ਇਹ ਰੱਦ ਕਰਾ ਕੇ ਹੀ ਅਸੀਂ ਜਾਣਾ ਵਾ। ਉਹਨਾਂ ਟਾਈਮ ਸਾਡੀ ਸਪੋਰਟ ਇਦਾਂ ਹੀ ਚੱਲਦੀ ਰਹਿਣੀ ਹੈ। ਜਿਹੜੇ ਰਾਜਨੇਤਾ ਨੇ ਇਹ ਕਹਿ ਰਹੇ ਨੇ ਕਿ ਕਰੋਨਾ ਦੁਬਾਰਾ ਆ ਗਿਆ, ਪਰ ਤੁਸੀਂ ਇੱਥੇ ਆਏ ਹੈਗੇ ਹੋ, ਕੋਈ ਖੁਰਾਕ ਦੱਸ ਦਿਓ ਉਹਨਾਂ ਨੂੰ ਕਿ ਮਤਲਬ ਕਿ ਬੋਡੀ ਚੰਗੀ ਬਣਾਈ ਹੋਈ ਹੈ। ਬੈਲੈਂਸ ਡਾਈਟ ਲਓ, ਫਰੂਟਸ, ਬਾਕੀ ਸਾਰੇ ਵਿਟਾਮਿਨਸ ਵਗੈਰਾ ਤੁਹਾਡੇ ਪੂਰੇ ਰਹਿਣ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ ਤਾਂ ਕੋਈ ਕਰੋਨਾ ਕੁਝ ਨਹੀਂ ਕਰ ਸਕਦਾ ਤੁਹਾਨੂੰ। ਸੰਸਦ ਦਾ ਇਜਲਾਸ ਵੀ ਕੈਂਸਲ ਕਰਤਾ ਸੀ ਬਹਾਨਾ ਲਾ ਕੇ, ਸੋ ਇਹੀ ਕੰਮ ਸਰ ਜੂਗਾ ਇੰਨਾ ਕਹਿ ਦਈਏ ਆਪਾਂ ਉਹਨਾਂ ਨੂੰ? ਨਹੀਂ, ਇਹ ਜਿਹੜੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਵੀ ਇਹ ਜਿਹੜਾ ਕਿਸਾਨ ਆ ਵਾਪਸ ਚਲੇ ਜਾਣ, ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੈਣ, ਕਰੋਨਾ ਜਿਹਦਾ ਮਰਜ਼ੀ ਬਹਾਨਾ ਲਾ ਲੈਣ, ਅਸੀਂ ਇੱਥੋਂ ਨਹੀਂ ਜਾਣਾ। ਅਸੀਂ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ। ਪਰਮਾਤਮਾ ਤੁਹਾਨੂੰ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਔਰ ਸਿਹਤਯਾਬੀ ਬਖਸ਼ੇ, ਜਿਸ ਤਰੀਕੇ ਨਾਲ ਤੁਹਾਨੂੰ ਵੇਖ ਕੇ ਵੀ ਚੰਗਾ ਲੱਗਦਾ ਹੈਗਾ ਕਿ ਜਵਾਨੀ ਜਿਹੜੀ ਹੈਗੀ ਸਾਡਾ ਤਾਂ ਪੰਜਾਬ ਇਸੇ ਤਰੀਕੇ ਨਾਲ ਗੱਲਾਂ ਦੇ ਉੱਤੇ ਲਾਲੀ ਜਾਣੀ ਜਾਂਦੀ ਹੈ। ਕਿਹਾ ਵੀ ਜਾਂਦਾ ਵੀ ਖੂਬਸੂਰਤੀ ਜੇ ਭਾਰਤ ਦੇ ਵਿੱਚ ਖੂਬਸੂਰਤੀ ਵੇਖਣੀ ਆ, ਕਿਹਾ ਜਾਂਦਾ ਵੀ ਨਾਰਥ ਇੰਡੀਆ ਦੇ ਵਿੱਚ ਵੇਖੋ, ਪੰਜਾਬ ਦੇ ਗੱਭਰੂ ਵੇਖੋ ਤੁਸੀਂ। ਤੇ ਬਾਈ ਜੀ ਆਖਰ ਦੇ ਵਿੱਚ ਕੀ ਜੀ ਆਪਣਾ ਆਪ ਰੈਲੀਆਂ ਕਰ ਰਹੇ ਆ, ਜਦੋਂ ਬੰਗਾਲ 'ਚ ਰੈਲੀਆਂ ਹੋ ਰਹੀਆਂ, ਹੋਰ ਸਟੇਟਾਂ 'ਚ ਰੈਲੀਆਂ, ਉਦੋਂ ਕਰੋਨਾ ਦਾ ਕੋਈ ਨਾਮੋ ਨਿਸ਼ਾਨ ਨਹੀਂਗਾ। ਜੇ ਸਾਡਾ ਸੰਘਰਸ਼ ਚੱਲ ਰਿਹਾ ਵਾ ਜਾਂ ਲੋਕ ਮਹਿੰਗਾਈ ਦੇ ਖਿਲਾਫ ਅੱਜ ਇਕੱਠੇ ਹੋ ਰਹੇ ਆ, ਜਿਹੜੀ ਇਹਨਾਂ ਨੇ ਬਹੁਤ ਜ਼ਿਆਦਾ ਮਹਿੰਗਾਈ ਕਰਤੀ ਆ, ਆਮ ਲੋਕਾਂ ਦਾ ਜਿਹੜਾ ਅੱਜ ਕੱਲ੍ਹ ਚੁੱਲ੍ਹਾ ਉਹ ਚੱਲਣ ਦੇ ਯੋਗ ਛੱਡਿਆ ਨਹੀਂ ਇਹਨਾਂ ਨੇ, ਮੀਡੀਅਮ ਵਰਗ ਔਰ ਗਰੀਬ ਵਰਗ। ਠੀਕ ਹੈ ਜੀ, ਇਹ ਕਾਰਪੋਰੇਟ ਘਰਾਣਿਆਂ ਦਾ ਹੀ ਸੋਚ ਰਹੇ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ 80% ਇੰਡੀਆ ਦੀ ਆਬਾਦੀ ਆ ਉਹ ਜਿਹੜੀ ਮੀਡੀਅਮ ਤੇ ਗਰੀਬ ਵਰਗ ਆ। ਠੀਕ ਹੈ ਜੀ, ਪਰ ਜੇ ਇਹਨਾਂ ਦੇ ਨਾਲ ਪੰਗਾ ਲੈਣਗੇ ਤੇ ਬਹੁਤਾ ਚਿਰ ਨਹੀਂ, ਜਦੋਂ ਆਪਾਂ ਕਿਸੇ ਗੁਬਾਰੇ 'ਚ ਜਾਂ ਕਿਸੇ ਬਾਲ 'ਚ ਹਵਾ ਜਿਹੜਾ ਪ੍ਰੈਸ਼ਰ ਵਧਾ ਦਈਏ ਤਾਂ ਉਹਦਾ ਵੀ ਪਟਾਕਾ ਪੈਂਦਾ। ਤੇ ਜਿੱਦਣ ਇਹ ਲੋਕਾਂ ਨੇ ਪਟਾਕਾ ਪਾਇਆ, ਫਿਰ ਇਹ ਸਰਕਾਰ ਜਿਹੜੀ ਆ ਕੰਨਾਂ ਨੂੰ ਹੱਥ ਲਾ ਕੇ ਆਪਦਾ ਸੋਚੂਗੀ ਵੀ ਇਹ ਕੁਝ ਹੋਇਆ।
ਮੇਰਾ ਆਖਰੀ ਕੁਐਸਚਨ ਇਹ ਹੈਗਾ 26 ਜਨਵਰੀ ਦੀ ਜਿਹੜੀ ਘਟਨਾ ਹੋਈ ਸੀ ਉਸ ਤੋਂ ਬਾਅਦ ਬੜੇ ਬਿਆਨ ਆਏ ਮੋਦੀ ਦੇ ਵੀ, ਉਹਨਾਂ ਨੇ ਕਿਹਾ ਅੰਦੋਲਨ ਜੀਵੀ ਹੁੰਦੇ ਨੇ ਕੁਝ ਲੋਕ, ਇਦਾਂ ਦੀਆਂ ਗੱਲਾਂ ਵੀ ਚੱਲ ਪਈਆਂ ਹੈਗੀਆਂ। ਲੱਗਦਾ ਸੀਗਾ ਵੀ ਇਸ ਜਿਹੜਾ ਅੰਦੋਲਨ ਹੈਗਾ ਉਹਨਾਂ ਨੂੰ ਇਹ ਲੱਗਿਆ ਸੀਗਾ ਸਰਕਾਰ ਨੂੰ ਕਿ ਹੁਣ ਠੰਡਾ ਪੈ ਜਾਣਾ, ਤਾਂ ਇੱਕ ਤਰੀਕੇ ਨਾਲ ਪਹਿਲਾਂ ਇਹ ਕਹਿੰਦੇ ਸੀਗੇ ਕਿ ਅਸੀਂ ਬੜੇ ਸੰਵੇਦਨਸ਼ੀਲ ਹਾਂ, ਬੜੇ ਸਕਾਰਾਤਮਕ ਮਾਹੌਲ ਮੇ ਮੀਟਿੰਗ ਹੋ ਰਹੀ ਹੈ, ਇੱਕਦਮ ਬਿਆਨ ਜਿਹੜੇ ਨੇ ਉਹਦੀ ਤਲਖੀ ਬਦਲ ਗਈ, ਤਸਵੀਰ ਬਦਲ ਗਈ, ਜਿਹੜੀ ਲਹਿਜਾ ਬਦਲ ਗਿਆ ਗੱਲ ਕਰਨ ਦਾ। ਨਰਿੰਦਰ ਸਿੰਘ ਤੋਮਰ ਦਾ ਵੀ ਲਹਿਜਾ ਬਦਲ ਗਿਆ, ਉਹਨੇ ਕਿਹਾ ਕਿ ਅਸੀਂ ਭੀੜਾਂ ਇਕੱਠੀਆਂ ਕਰਕੇ ਤੁਸੀਂ ਫੈਸਲੇ ਨਹੀਂ ਬਦਲ ਸਕਦੇ। ਵੀ ਲੱਗਦਾ ਵੀ ਜਿਸ ਤਰੀਕੇ ਨਾਲ ਹੁਣ ਆ ਰਿਹਾ ਯੂਥ ਆ ਰਿਹਾ, ਤੁਸੀਂ ਆਏ ਹੈਗੇ ਹੋ, ਲੱਗਦਾ ਹੈ ਜਿਹੜਾ ਮੋਰਚਾ ਹੈਗਾ ਇਹ ਪਹਿਲਾਂ ਨਾਲੋਂ ਵੀ ਹੁਣ ਤਕੜਾ ਹੋ ਜਾਣਾ, ਨੌਜਵਾਨਾਂ ਨੇ ਜਿਸ ਤਰੀਕੇ ਨਾਲ ਦੁਬਾਰਾ ਰੁਖ ਕੀਤਾ ਹੈਗਾ। ਹਾਂਜੀ ਬਿਲਕੁਲ ਜੀ, ਇਹ ਜਿਹੜਾ ਮੋਰਚਾ ਵਾ ਅੱਗੇ ਨਾਲੋਂ ਇਹ ਬਹੁਤ ਪੀਸਫੁਲੀ ਔਰ ਬਹੁਤ ਹੀ ਸਟਰੋਂਗ ਤਰੀਕੇ ਦੇ ਨਾਲ ਚੱਲ ਰਿਹਾ ਵਾ। ਇਹਨਾਂ ਦੇ ਸਿਰਫ ਇੱਕ ਝੂਠੇ ਬਿਆਨ ਆ, ਚਾਹੇ ਤੋਮਰ ਹੋਣੀ ਆ ਚਾਹੇ ਮੋਦੀ ਆ, ਇਹ ਇੱਕ ਸਿਰਫ ਲੋਕਾਂ ਨੂੰ ਕਿ ਲੋਕ ਜਿਹੜੇ ਆ ਇਹ ਅਸੀਂ ਇਹ ਗੋਦੀ ਮੀਡੀਆ ਜਿਹੜਾ ਇਹੀ ਬਾਰ-ਬਾਰ ਦਿਖਾ ਰਿਹਾ ਵੀ ਜਿਹੜਾ ਲੋਕ ਆ ਉਹ ਟਿਕ ਜਾਣ, ਸ਼ਾਂਤੀ ਹੋ ਜੇ, ਤੇ ਜਿਹੜਾ ਇਹਨੂੰ ਵਿਸ਼ਵ ਗੁਰੂ ਮੰਨਿਆ ਜਾ ਰਿਹਾ ਸੀਗਾ ਵੀ ਇਹਨੂੰ ਅਸੀਂ ਉਵੇਂ ਹੀ ਇਹਨੂੰ ਪ੍ਰਫੁੱਲਤ ਕਰੀਏ, ਇਹ ਦਿਖਾਈਏ ਕਿ ਸਾਡਾ ਜਿਹੜਾ ਪ੍ਰਧਾਨ ਮੰਤਰੀ ਬਹੁਤ ਕਾਬਲ ਆ। ਪਰ ਸਾਨੂੰ ਅੱਜ ਬਹੁਤ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹ ਬਿਲਕੁਲ ਵੀ ਉਹ ਕਾਬਲੀਅਤ ਨਹੀਂ ਰੱਖਦਾ ਕਿ ਉਹ ਪ੍ਰਧਾਨ ਮੰਤਰੀ ਦੀ ਪੋਸਟ ਤੇ ਰਵੇ। ਇਸ ਕਰਕੇ ਜੇ ਇਹ ਕਹਿ ਰਿਹਾ ਕਿ ਭੀੜਾਂ ਇਕੱਠੀਆਂ ਹੋਣ ਦੇ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ, ਤਾਂ ਸਰਕਾਰ ਤਾਂ ਬਦਲੀ ਜਾ ਸਕਦੀ ਆ ਤੇ ਸਰਕਾਰ ਬਦਲੂਗੀ ਵੀ ਜੀ। ਦੋਸਤੋ ਅੱਜ ਦਿੱਲੀ ਦੇ ਬਾਰਡਰਾਂ ਦੇ ਉੱਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਭਗਤ ਰਵਿਦਾਸ ਜੀ ਦਾ, ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਅਸੀਂ ਜਾਣਦੇ ਹਾਂ ਦੋਸਤੋ ਕਿ ਉਹਨਾਂ ਦੀ ਜਿਹੜੀ ਕਿਰਤ ਸੀਗੀ ਉਹ ਚਮੜੇ ਦੀ ਕਿਰਤ ਸੀਗੀ, ਜੁੱਤੀਆਂ ਗੰਢਿਆ ਕਰਦੇ ਸੀਗੇ। ਉਹ ਜੁੱਤੀਆਂ ਗੰਢਦੇ ਹੋਏ ਵੀ ਉਹਨਾਂ ਦੀ ਜਿਹੜੀ ਸੁਰਤ ਸੀਗੀ ਉਹ ਚਮੜੇ ਤੋਂ ਬਹੁਤ ਉੱਤੇ ਹੁੰਦੀ ਸੀਗੀ। ਪਰ ਅੱਜ ਅਸੀਂ ਵੇਖਦੇ ਹੈਗੇ ਆ ਵੀ ਅਸੀਂ ਭਾਵੇਂ ਕੋਈ ਵੀ ਕੰਮ ਕਰੀਏ ਪਰ ਜਿਹੜੀ ਸਾਡੀ ਸੁਰਤ ਹੈਗੀ ਆ ਉਹ ਚਮੜੇ ਦੇ ਨਾਲ ਜੁੜੀ ਹੋਈ ਹੁੰਦੀ ਹੈ। ਔਰ ਉਦੋਂ ਸੁਰਤ ਜਿਹੜੀ ਹੈਗੀ ਆ ਸਾਨੂੰ ਇੱਕ ਘਿਣਤਾ ਵੀ ਮਹਿਸੂਸ ਹੁੰਦੀ ਹੈ ਜਦੋਂ ਉਸ ਚਮੜੀ ਦੇ ਵਿੱਚ ਕਿਰਮ ਵੀ ਪੈ ਜਾਂਦੇ ਆ। ਬਾਈ ਜੀ ਤੋਂ ਮੈਨੂੰ ਖਿਆਲ ਆ ਰਿਹਾ ਸੀਗਾ ਕਿਉਂਕਿ ਬਾਈ ਜੀ ਸੇਵਾ ਕਰਦੇ ਰਹਿੰਦੇ, ਤੇ ਮੈਨੂੰ ਖਿਆਲ ਆਇਆ ਵੀ ਅੱਜ ਦੇ ਦਿਨ ਲਾਜ਼ਮੀ ਤੌਰ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਵੀ ਅਸੀਂ ਤਾਂ ਸਾਰਾ ਜਿਹੜਾ ਜਗਤ ਹੈਗਾ ਕਿਹਾ ਵੀ ਜਾਂਦਾ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਫਸਿਆ ਪਿਆ। ਜਦੋਂ ਕਾਮ ਬੰਦੇ ਤੇ ਭਾਰੂ ਹੁੰਦਾ ਬੰਦਾ ਚਮੜੀ ਦੇ ਨਾਲ ਜੁੜਦਾ, ਪਰ ਇਸੇ ਚਮੜੀ ਦੇ ਵਿੱਚ ਜਦੋਂ ਕਿਰਮ ਪੈ ਜਾਂਦੇ ਆ ਇੱਕ ਘਿਰਨਾ ਵੀ ਪੈਦਾ ਹੁੰਦੀ ਹੈ, ਬੰਦੇ ਆਪਣਿਆਂ ਨੂੰ ਵੀ ਛੱਡ ਜਾਂਦੇ। ਬਾਈ ਜੀ ਕੀ ਕਹਿਣਾ ਚਾਹੋਗੇ ਵੀ ਸੰਬੰਧ ਤਾਂ ਬਣਦਾ ਅੱਜ ਦੇ ਦਿਨ ਇਹ ਗੱਲ ਦੇ ਉੱਤੇ ਵੀ ਚਮੜੇ ਦੇ ਨਾਲ ਬੰਦਾ ਜੁੜਿਆ ਰਹਿੰਦਾ ਹੈਗਾ। ਔਰ ਇੱਕ ਭਗਤ ਰਵਿਦਾਸ ਜੀ ਸੀਗੇ ਵੀ ਚਮੜੇ ਦਾ ਕੰਮ ਕਰਕੇ ਵੀ ਉਹਨਾਂ ਦੀ ਸੁਰਤ ਜਿਹੜੀ ਸੀਗੀ ਉਹ ਪਰਮਾਤਮਾ ਦੇ ਵਿੱਚ ਚੁੱਭੀ ਰਹਿੰਦੀ ਸੀਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਗੱਲ ਅੱਜ ਹੁਣ ਕਲਯੁਗ ਦਾ ਦੌਰ ਚੱਲ ਰਿਹਾ ਜੀ, ਕੋਈ ਰਿਸ਼ਤਾ ਨਹੀਂ, ਕੋਈ ਨਾਤਾ ਨਹੀਂ, ਕੋਈ ਭੈਣ ਨਹੀਂ, ਭਰਾ ਨਹੀਂ, ਕੋਈ ਨਹੀਂ। ਅੱਜ ਦੇ ਸਮੇਂ ਦੇ ਵਿੱਚ ਜੇ ਭਗਤ ਰਵਿਦਾਸ ਜੀ ਦੀ ਗੱਲ ਕਰੀਏ ਤਾਂ ਉਹ ਬੜੀ ਉੱਚੀ ਤੇ ਸੁੱਚੀ ਸ਼ਖਸੀਅਤ ਸੀ ਜੀ, ਜੋ ਉਹਨਾਂ ਨੇ ਸਾਨੂੰ ਰਸਤਾ ਦਿਖਾਇਆ। ਅੱਜ ਅਸੀਂ ਮੋਚੀ ਨੂੰ, ਜਿਹਨੂੰ ਆਪਾਂ ਜੁੱਤੀਆਂ ਗੰਢਣ ਵਾਲਾ ਕਹਿੰਦੇ ਆ, ਉਹਦੀ ਅੱਜ ਦੀ ਜਿਹੜੀ ਹਾਲਾਤ ਨੇ ਤੇ ਉਸ ਟਾਈਮ ਅੱਜ ਰਵਿਦਾਸ ਜੀ ਦੀ ਗੱਲ ਕਰੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਜੀ, ਕਿਉਂਕਿ ਅਸੀਂ ਉਹਨਾਂ ਦੀ ਸੋਚ ਮੁਤਾਬਕ ਨਹੀਂ ਚੱਲ ਰਹੇ। ਜੇ ਭਗਤ ਜੀ ਉਹਨਾਂ ਨੂੰ ਅਸੀਂ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਦੇ ਹਾਂ, ਪਰ ਉਹਨਾਂ ਦੀ ਨਹੀਂ ਮੰਨਦੇ ਅਸੀਂ। ਇਸੇ ਕਰਕੇ ਫਰਕ ਪੈਦਾ ਹੋਇਆ ਬਾਈ ਜੀ। ਅੱਜ ਇਨਸਾਨ ਦੇ ਕੀੜੇ ਪੈ ਰਹੇ ਨੇ, ਇਨਸਾਨ ਕੀੜਿਆਂ ਤੋਂ ਖਾਧਾ ਜਾ ਰਿਹਾ, ਗੰਦੀ ਨਾਲੀ ਦੇ ਕੀੜੇ ਵਰਗੇ ਹਾਲਾਤ ਹੋ ਗਏ ਅੱਜ ਦੇ ਇਨਸਾਨ ਦੇ। ਕਿਉਂ? ਕਿਉਂਕਿ ਅਸੀਂ ਉਹਨਾਂ ਦੀਆਂ, ਸਾਡੇ ਰਹਿਬਰਾਂ ਦੀਆਂ ਦੱਸੀਆਂ ਹੋਈਆਂ ਜਿਹੜੀਆਂ ਸਾਨੂੰ ਰਾਹ ਸੀਗੇ ਅਸੀਂ ਉਹਨਾਂ ਤੋਂ ਅਸੀਂ ਪਿੱਛੇ ਹਟ ਗਏ ਹਾਂ। ਉਹਨਾਂ ਦੀਆਂ ਅਸੀਂ ਗੱਲਾਂ ਮੰਨਣੀਆਂ ਬੰਦ ਕਰਤੀਆਂ, ਜਿਸ ਕਰਕੇ ਸਾਡੇ ਨਾਲ ਅੱਜ ਆਹ ਹਾਲਾਤ ਹੋਏ ਆ। ਅਸੀਂ ਕਿਸਾਨੀ ਸੰਘਰਸ਼ 'ਚ ਖੜੇ ਹਾਂ। ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਨਿਕਲਿਆ ਪ੍ਰਕਾਸ਼ ਪੁਰਬ ਤੇ, ਬੜਾ ਸੰਗਤਾਂ 'ਚ ਜੋਸ਼ ਸੀਗਾ। ਪਰ ਦੇਖ ਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦਾ ਵੀ ਅੱਜ ਅਸੀਂ ਉਹਨਾਂ ਦੀ ਗੱਲ ਜਿਹੜੀ ਮੰਨਣ ਤੋਂ ਕਿਤੇ ਨਾ ਕਿਤੇ ਮੁਨਕਰ ਹੋ ਗਏ ਹਾਂ। ਹੁਣ ਤੱਕ ਇੱਥੇ ਕਿੰਨੀਆਂ ਸੈਂਕੜੇ ਸ਼ਹੀਦੀਆਂ ਹੋ ਗਈਆਂ, ਸੜਕਾਂ 'ਤੇ ਠੰਡ ਦੇ ਵਿੱਚ ਪੈ ਰਹੇ ਹਾਂ। ਹੁਣ ਗਰਮੀ ਆ ਗਈ, ਅੱਗੋਂ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਪਰ ਜਿਹੜੀਆਂ ਸਾਡੇ ਰਹਿਬਰਾਂ ਦੀਆਂ ਸ਼ਹੀਦੀਆਂ ਜਾਂ ਜਿਹੜੀਆਂ ਉਹਨਾਂ ਦੇ ਜਨਮ ਦਿਹਾੜੇ ਸਰਕਾਰਾਂ ਵੀ ਮਨਾਉਂਦੀਆਂ, ਮੰਨਦੇ ਉਹ ਵੀ ਇਹਨਾਂ ਨੂੰ ਹੀ ਆ। ਪਰ ਗੱਲ ਇਹ ਆ ਵੀ ਮੰਨਦੇ ਉਹ ਵੀ ਨਹੀਂ ਇਹਨਾਂ ਦੀ। ਇੰਨੇ ਲੋਕ ਮਰ ਰਹੇ ਨੇ, ਇੱਕ 4 ਅੱਖਰ ਲਿਖੇ ਹੋਏ ਜਿਹੜੇ ਕਾਗਜ਼ ਦੇ ਉੱਪਰ ਸਰਕਾਰ ਨੇ, ਉਹਨਾਂ ਅੱਖਰਾਂ ਦੇ ਪਿੱਛੇ ਕਿੱਡੀ ਕੁ ਵੱਡੀ ਇੱਕ ਹੰਕਾਰ ਆ, ਕਿੱਡਾ ਕੁ ਵੱਡਾ ਇੱਕ ਉਹਦੇ ਪਿੱਛੇ ਇੱਦਾਂ ਦੀ ਗੱਲ ਆ ਵੀ ਜਿਹੜੀ ਉਹ ਸਾਡੀ ਇਸ ਗੱਲ ਨੂੰ ਨਹੀਂ ਮੰਨ ਰਹੇ ਵੀ ਇੱਕ 4 ਅੱਖਰ ਮਟੇ ਕੇ ਦੁਬਾਰਾ ਲਿਖ ਲੈਣ, ਫੇਰ ਤੋਂ ਉਹਨੂੰ ਸੁਧਾਰ ਕਰ ਲੈਣ, ਉਹਦੇ ਵਿੱਚ ਕੁਝ ਚੰਗੇ ਜਿਹੜੇ ਲੋਕਾਂ ਨੂੰ ਲੱਗਣ। ਜਿਹੜੇ ਲੋਕ ਬੈਠੇ ਨੇ ਇਹ ਉਸੇ ਦੇਸ਼ ਦੇ ਵਸਿੰਦੇ ਨੇ। ਗੁਰੂ ਰਵਿਦਾਸ ਮਹਾਰਾਜ ਜੀ ਦੇ ਵੀ ਭਗਤ ਨੇ ਸਾਰੇ, ਉਹ ਵੀ ਭਗਤ ਨੇ। ਫਿਰ ਰੌਲਾ ਕੀ ਆ? ਰੌਲਾ ਤਾਂ ਅੱਜ ਬਾਈ ਜੀ ਉਹੀ ਗੱਲ ਆ, ਤੁਹਾਡੀ ਚਮੜੇ ਦਾ ਰੌਲਾ। ਠੀਕ ਆ ਜੀ। ਅੱਜ ਲੋਭ, ਮੋਹ, ਹੰਕਾਰ ਜਿਹੜਾ ਹੈਗਾ ਇਹ ਵੱਧਦਾ ਜਾ ਰਿਹਾ ਲੋਕਾਂ ਦੇ ਵਿੱਚ।
ਹਰ ਚੀਜ਼ ਉੱਥੇ ਆ ਕੇ ਖੜ ਗਈ ਆ। ਜਿਹੜੇ ਸਾਡੇ ਲੀਡਰ ਨੇ ਉਹ ਵੀ ਚਾਹੁੰਦੇ ਨੇ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਉਹ ਬਣੀਆਂ ਹੀ ਰਹਿਣ ਸਦਾ ਲਈ। ਕੋਈ ਨਹੀਂ ਚਾਹੁੰਦਾ, ਨਾ ਅਸ਼ੋਕ ਨੇ, ਨਾ ਜਿਹੜਾ ਆਪਣੇ ਸਿਕੰਦਰ ਨੇ ਦੁਨੀਆ ਜਿੱਤੀ ਸੀਗੀ, ਉਹਨੇ ਵੀ ਇਹੀ ਕਿਹਾ ਸੀਗਾ ਵੀ ਮੈਂ ਸਾਰੀ ਦੁਨੀਆ ਜਿੱਤਣੀ ਆ। ਅਖੀਰ ਨੂੰ ਖਾਲੀ ਹੱਥ ਗਿਆ ਬਾਈ ਉਹ। ਹੋਰ ਵੀ ਬੜੇ ਵੱਡੇ ਰਾਜੇ ਮਹਾਰਾਜੇ ਹੋਏ ਨੇ, ਪਰ ਹਰੇਕ ਬੰਦੇ ਦੀ ਮਨਸ਼ਾ ਇਹੀ ਰਹਿੰਦੀ ਆ ਵੀ ਬਸ ਮੈਂ ਪੂਰੀ ਦੁਨੀਆ ਤੇ ਰਾਜ ਕਰ ਲਵਾਂ, ਤੇ ਇਹੀ ਇਹਨਾਂ ਦੀ ਮਨਸ਼ਾ। ਸਾਡੀ ਤਾਂ ਇਹੀ ਬੇਨਤੀ ਹੈ ਭਾਈ, ਇਹ ਰਾਜ ਤੁਸੀਂ ਕਰਨਾ ਵਾ ਕਰੋ, ਪਰ ਜਿਹੜੇ ਆ ਲੋਕ ਮਰ ਰਹੇ ਨੇ ਗਰਮੀਆਂ 'ਚ ਠੰਡ 'ਚ, ਇਹਨਾਂ ਦੀ ਗੱਲ ਨੂੰ ਸਮਝੋ। ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਥੇ ਮਨਾਇਆ ਗੁਰਪੁਰਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨਾਇਆ, ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਮਨਾਈਆਂ। ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਵੀ ਆਗਮਨ ਪੁਰਬ ਮਨਾਇਆ ਇੱਥੇ। ਹੋਰ ਪਤਾ ਨਹੀਂ ਕਿੰਨੀਆਂ ਜਿਹੜੀਆਂ ਵੱਡੀਆਂ ਸਾਡੀਆਂ ਜਿਹੜੀਆਂ ਕੌਮ ਦੇ ਨਾਲ, ਸਾਡੇ ਦੇਸ਼ ਦੇ ਨਾਲ ਜੁੜੀਆਂ ਹੋਈਆਂ, ਉਹ ਇੱਥੇ ਸੜਕਾਂ ਤੇ ਮਨਾਉਣੀਆਂ। ਕਿੰਨੇ ਲੋਕ ਹੋਰ ਜ਼ਿੰਦਗੀਆਂ ਦੇਣਗੇ। ਤੇ ਸਾਡੀ ਤਾਂ ਇਹੀ ਬੇਨਤੀ ਆ ਵੀ ਅੱਜ ਦੇ ਸਮੇਂ ਨੂੰ ਆਪਾਂ ਮੁੱਖ ਰੱਖਦੇ ਹੋਏ, ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ, ਊਚ ਨੀਚ ਤੋਂ ਉਹਨਾਂ ਨੇ ਸਾਨੂੰ ਮੁਕਤ ਕਰਿਆ, ਉਹਨਾਂ ਨੇ ਉਸ ਟਾਈਮ ਜਾਤ ਪਾਤ ਨੂੰ ਖਤਮ ਕਰਿਆ। ਅੱਜ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ। ਉਹਨਾਂ ਦੇ ਰਸਤੇ ਤੇ ਚੱਲ ਕੇ ਇਹ ਕਾਲੇ ਕਾਨੂੰਨ ਵਾਪਸ ਕਰਨੇ ਚਾਹੀਦੇ ਆ। ਸਰਕਾਰ ਨੂੰ ਸਾਡੀ ਇਹੀ ਬੇਨਤੀ ਆ, ਤਾਂ ਜੋ ਅਸੀਂ ਆਪਣੇ ਕਿਰਤ ਕਰ ਸਕੀਏ, ਜਾ ਕੇ ਅਸੀਂ ਆਪਣੇ ਗੁਰੂਆਂ ਦਾ, ਰਹਿਬਰਾਂ ਦਾ ਦੱਸਿਆ ਹੋਇਆ ਰਸਤਾ ਜਿਹੜਾ ਉਹਦੇ ਤੇ ਚੱਲ ਸਕੀਏ। ਹੁਣੇ ਤੁਸੀਂ ਜਦੋਂ ਕਹਿ ਰਹੇ ਸੀਗੇ ਨਾ, ਕਹਿੰਦੇ ਕਿ ਉਹਨਾਂ ਤੇ ਜਿਹੜੀ ਤੁਸੀਂ ਸ਼ਾਹੀ ਫੇਰੀ ਹੈਗੀ ਆ ਉਹਨੂੰ ਤੁਸੀਂ ਮਿਟਾ ਦਿਓ, ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀਗਾ ਕਿ ਉਸ ਲਿਖੇ ਹੋਏ ਅਕਸ਼ਰਾਂ ਨੂੰ ਮਿਟਾਉਣ ਦੇ ਨਾਲ ਬਹੁਤ ਸਾਰੀਆਂ ਮਿਟਦੀਆਂ ਜ਼ਿੰਦਗੀਆਂ ਬਚ ਸਕਦੀਆਂ ਨੇ। ਉਹੀ ਹੈ ਜੀ, ਉਹ ਦੇਖੋ ਇੱਕ ਇਨਸਾਨ ਦੀਆਂ ਬਾਹੀਆਂ 4 ਲਕੀਰਾਂ ਹੀ ਆ, 4 ਅੱਖਰ ਹੀ ਆ ਜਿਹੜੇ ਜਿਹਦੇ ਪਿੱਛੇ ਸਟੈਂਡ ਲਈ ਬੈਠੇ ਨੇ ਵੀ ਅਸੀਂ ਨਹੀਂ ਮਿਟਾਉਣੀਆਂ। ਅਸੀਂ ਇਹ ਕਿਸਾਨ ਕਹਿ ਰਹੇ ਆ ਵੀ ਉਹ ਮਿਟਾਈਆਂ ਜਾਣ, ਉਹ ਗਲਤ ਆ। ਤੇ ਬਾਈ ਉਹ 4 ਅੱਖਰ ਆ ਜਿਹੜੇ ਜੇ ਉਹ ਬਦਲ ਦੇਣਗੇ ਯਾਰ ਕੀ ਹੋ ਜਾਊਗਾ। ਇਨਸਾਨ ਤੋਂ ਵੀ ਉੱਚੇ ਹੋ ਗਏ, ਉਹ ਇਨਸਾਨੀਅਤ ਤੋਂ ਵੀ ਉੱਚੇ ਹੋ ਗਏ ਯਾਰ। ਜੇ ਤਾਂ ਇੰਨੀ ਵੀ ਨਹੀਂ ਹੋਣੀ ਚਾਹੀਦੀ। ਪਤਾ ਨਹੀਂ ਕਿਹੜੀ ਇਹੋ ਜਿਹੀ ਗਲਤੀ ਹੋ ਗਈ ਕਿਸਾਨਾਂ ਤੋਂ, ਜਿਹੜੀ ਸਰਕਾਰ ਆ ਉਹ ਜਿੱਦ ਕਰੀ ਬੈਠੀ ਆ। ਤੇ ਅਸੀਂ ਤਾਂ ਇਹੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਭਾਈ, ਇਹ ਇਨਸਾਨ ਤੇ ਇਨਸਾਨੀਅਤ ਨੂੰ ਬਚਾ ਲਈਏ ਆਪਾਂ। ਉਹ 4 ਲਕੀਰਾਂ ਤਾਂ ਫਿਰ ਵੀ ਖਿੱਚੀਆਂ ਜਾਣਗੀਆਂ, ਉਹ ਤਾਂ ਫਿਰ 4 ਅੱਖਰ ਥੋੜੇ ਬਦਲ ਕੇ ਲਿਖੇ ਜਾ ਸਕਦੇ ਆ। ਸਾਡੀ ਇਹੀ ਬੇਨਤੀ ਹੈ। ਪੁੱਤ ਨਹੀਂ ਮੁੜ ਕੇ ਆਣੇ, ਪੁੱਤ ਨਹੀਂ ਮਿਲਣੇ। ਬਿਲਕੁਲ ਸਹੀ ਗੱਲ ਆ ਜੀ। ਬੱਚੇ ਨਿੱਕੇ ਰੁਲਦੇ ਰਹਿ ਜਾਂਦੇ ਆ। 2-3 ਮਹੀਨੇ ਪਹਿਲਾਂ ਇੱਥੇ ਸ਼ਹੀਦ ਹੋਇਆ ਮੁੰਡਾ ਭੀਮ, ਸਾਡੇ ਗੁਆਂਢ 'ਚ ਨਾਲ ਹੀ। ਉਹਦੇ ਨਿੱਕੇ 2 ਬੱਚੇ ਆ, ਉਹ ਬਿਲਕਦੇ ਹਜੇ ਵੀ ਰੋਈ ਜਾਂਦੇ ਆ, ਪਾਪਾ ਕਿੱਥੇ ਆ, ਪਾਪਾ ਕਿੱਥੇ ਆ। ਪਰ ਉਹਨੂੰ ਹੁਣ ਇਸ ਸੰਘਰਸ਼ ਦੇ ਨਾਲ ਉਹਨਾਂ ਦਾ ਕਿੱਦਾਂ ਦਾ ਜੁੜਾਵ ਹੋਊਗਾ, ਸਰਕਾਰ ਦੇ ਪ੍ਰਤੀ ਉਹਨਾਂ ਦਾ ਕਿੱਦਾਂ ਦਾ ਰੋਸਾ ਹੋਊਗਾ, ਆਪਾਂ ਸਮਝ ਸਕਦੇ ਹਾਂ। ਇਹਨਾਂ ਚੀਜ਼ਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੂਰ ਕੀਤਾ ਜਾਵੇ। ਅਸੀਂ ਤੁਹਾਡੇ ਚੈਨਲ ਦੇ ਰਾਹੀਂ ਇਹੀ ਬੇਨਤੀ ਕਰਦੇ ਹਾਂ ਭਰਾਵੋ, ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਰੇ। ਬਹੁਤ ਧੰਨਵਾਦ ਤੁਹਾਡਾ। ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਮੁਬਾਰਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਸ ਤੌਰ ਦੇ ਉੱਤੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਗੁਰਪ੍ਰੀਤ ਸਿੰਘ ਮਿੰਟੂ ਬਾਈ ਜੀ। ਸਿੰਘ ਲਾਣਾ ਜ਼ਰੂਰ ਹੈਗਾ ਕਿਉਂਕਿ ਸਿੰਘਾਂ ਦੇ ਕੰਮ ਕਰ ਰਹੇ ਆ ਬਾਈ ਜੀ, ਔਰ ਸਿੰਘਾਂ ਦੇ ਹਿੱਸੇ ਹੀ ਆਉਂਦੇ ਆ ਇਹੋ ਜਿਹੇ ਕੰਮ। ਸੋ ਬਾਈ ਜੀ ਦਾ ਬਹੁਤ ਧੰਨਵਾਦ ਹੈਗਾ। ਮੇਰੀ ਖਾਸ ਇੱਛਾ ਸੀਗੀ ਕਿਉਂਕਿ ਇਹ ਜਿਹੜਾ ਦਿਹਾੜਾ ਹੈਗਾ ਖਾਸ ਤੌਰ ਦੇ ਉੱਤੇ ਗੁਰੂ ਰਵਿਦਾਸ ਜੀ, ਭਗਤ ਰਵਿਦਾਸ ਜੀ ਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਮਨਾ ਰਹੇ ਹਾਂ, ਤਾਂ ਉਹਨਾਂ ਨੇ ਜਿਹੜੀ ਕਿਰਤ ਕੀਤੀ ਸੀਗੀ ਉਹ ਚਮੜੇ ਦੀ ਕਿਰਤ ਸੀਗੀ। ਔਰ ਅਸੀਂ ਅਸਲ ਦੇ ਵਿੱਚ ਵੇਖੀਏ ਤਾਂ ਉਹ ਚਮਾਰ ਨਹੀਂ ਸੀਗੇ, ਉਹ ਤਾਂ ਬੁਲੰਦ ਆਵਾਜ਼ ਦੇ ਵਿੱਚ ਕਹਿੰਦੇ ਆ ਕਿ ਮੇਰੀ ਜਾਤ ਜਿਹੜੀ ਹੈਗੀ ਆ ਉਹ ਚਮਾਰ ਹੈ। ਪਰ ਅਸਲ ਦੇ ਵਿੱਚ ਜੇ ਅਸੀਂ ਜ਼ਹਿਨੀਅਤ ਵੇਖੀਏ ਤਾਂ ਅਸੀਂ ਸਾਰੇ ਹੀ ਇੱਕ ਤਰੀਕੇ ਨਾਲ ਚਮਾਰ ਹੈਗੇ ਆ, ਜਿਹੜੇ ਚਮੜੀ ਤੋਂ ਉੱਤੇ ਹੀ ਨਹੀਂ ਉੱਠ ਸਕੇ। ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ। ਆਓ ਹੋਰ ਤਸਵੀਰਾਂ ਦੇ ਨਾਲ ਤੁਹਾਨੂੰ ਜੋੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।